सत श्री अकाल। LDD TV देख रहे दोस्तों, एक बार फिर ਤੁਹਾਡਾ स्वागत है। मैं प्रोफैसर जसवीर सिंह ਤੇ ਆਪਾਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਜੋ ਜੌਬ ਓਰੀਐਂਟਡ ਪੇਪਰ ਹੁੰਦੇ ਨੇ ਉਹਨਾਂ ਬਾਬਤ ਚਰਚਾ ਕਰ ਰਹੇ ਹਾਂ, ਪੜ੍ਹਾਈ ਕਰ ਰਹੇ ਹਾਂ ਤੇ ਬਹੁਤ ਹੀ ਹਵਾਲਿਆਂ ਸਹਿਤ ਨੀਜ ਦੇ ਨਾਲ ਫ੍ਰੀ ਆਫ ਕਾਸਟ ਲੈਕਚਰ ਜਿਹੜੇ ਨੇ ਇਹ ਤੁਹਾਡੇ ਨਾਲ ਸਾਂਝੇ ਕੀਤੇ ਜਾ ਰਹੇ ਨੇ। ਪਿਆਰੇ ਦੋਸਤੋ, ਕੁਝ ਅਹਿਮ ਗੱਲਾਂ ਅੱਜ ਦਾ ਲੈਕਚਰ ਬਹੁਤ ਮਹੱਤਵਪੂਰਨ ਆ। ਅੱਜ ਦੇ ਲੈਕਚਰ ਦੇ ਵਿੱਚ ਤੁਸੀਂ ਜੇ ਕਿਤਾਬਾਂ ਫੋਲਣ ਲੱਗੋਗੇ ਤਾਂ ਮੇਰੇ ਖਿਆਲ ਨਾਲ ਤੁਹਾਡੇ 8 ਤੋਂ 10 ਦਿਨ ਜਿਹੜੇ ਨੇ ਉਹ ਸਮਾਂ ਲੱਗ ਸਕਦਾ, ਜੋ ਤੁਸੀਂ ਅੱਜ ਦੇ ਇਸ ਲੈਕਚਰ ਦੇ ਵਿੱਚ ਬਹੁਤ ਥੋੜੇ ਸਮੇਂ ਦੇ ਵਿੱਚ ਜਾਣਕਾਰੀ ਹਾਸਲ ਕਰ ਲੈਣੀ ਆ। ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਦੋ ਪ੍ਰਸ਼ਨ ਵੇਖਾਂਗੇ। ਤੁਸੀਂ ਮੈਨੂੰ ਜਵਾਬ ਦਿਓ ਜੇ ਤੁਸੀਂ ਜਾਣਦੇ ਹੋ ਇਹੋ ਜਿਹੀਆਂ ਕਿਹੜੀਆਂ ਸਵੈ ਜੀਵਨੀਆਂ ਆ ਜਿਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਾ ਆ। ਹਾਂਜੀ, ਕਮੈਂਟ ਨਾਲੋਂ ਨਾਲ ਸੁਣਦੇ ਸਾਰ ਹੀ ਜੇ ਤੁਹਾਨੂੰ ਪਤਾ ਆ। ਜੇ ਨਹੀਂ ਪਤਾ ਤਾਂ ਇਸ ਲੈਕਚਰ ਨੂੰ ਧਿਆਨ ਨਾਲ ਸੁਣਿਓ, ਕਿਉਂਕਿ ਬਹੁਤ ਫਾਇਦੇਮੰਦ ਤੇ ਹਵਾਲੇ ਸਹਿਤ ਇਹ ਲੈਕਚਰ ਜਿਹੜਾ ਆ ਤੁਹਾਡੇ ਵਾਸਤੇ ਬਣਾਇਆ ਜਾ ਰਿਹਾ ਆ। ਅੱਜ ਅਸੀਂ ਪੰਜਾਬੀ ਸਾਹਿਤ ਵਿੱਚ ਜੋ ਸਵੈ ਜੀਵਨੀ ਆ ਇਹਦੇ ਬਾਰੇ ਵਿਸਥਾਰ ਵਿੱਚ ਗੱਲ ਕਰਨੀ ਆ ਤੇ ਇਸ ਤਰ੍ਹਾਂ ਗੱਲ ਕਰਨੀ ਆ ਕਿ ਤੁਹਾਡੇ ਪੇਪਰਾਂ ਦੇ ਵਿੱਚ ਪੂਰੇ ਵਟਾਪੂਰੇ ਅੰਕ ਆ ਸਕਣ। ਮੈਨੂੰ ਦੱਸਿਓ ਖਾਂ ਜ਼ਰਾ, ਇਹ ਕਿਹਨੇ ਲਿਖਿਆ ਆ, ਇਹ ਕਥਨ ਕਿਹਦਾ ਆ? ਮੈਂ ਤਾਂ ਦੇਖਿਆ ਹੈ ਕਿ ਇਨਸਾਨ ਬਣਦਾ ਹੀ ਮੁਸੀਬਤਾਂ ਦਾ ਮੁਕਾਬਲਾ ਕਰਕੇ ਹੈ। ਜਿਵੇਂ ਲੋਹਾ ਅੱਗ ਦੇ ਸੇਕ ਨਾਲ ਬਣਦਾ ਹੈ, ਐਵੇਂ ਹੀ ਇਨਸਾਨੀ ਜ਼ਿੰਦਗੀ ਬੜਾ ਭਾਰੀ ਘੋਲ ਹੈ ਤੇ ਔਕੜਾਂ ਦਾ ਸਾਹਮਣਾ ਕਰਕੇ ਹੀ ਆਦਮੀ ਬਣਦਾ ਹੈ। ਹਾਂਜੀ, ਇਹ ਕਥਨ ਕਿਸ ਦਾ ਆ ਜਾਂ ਕਿਹਦੀ ਸਵੈ ਜੀਵਨੀ ਦੇ ਵਿੱਚੋਂ ਲਿਆ ਗਿਆ ਆ? ਇਹਦਾ ਜਵਾਬ ਵੀ ਤੁਸੀਂ ਕਰਿਓ ਕਮੈਂਟ। ਵੇਖਿਆ, ਇਹ ਚੀਜ਼ਾਂ ਨਹੀਂ, ਬਹੁਤ ਮਿਹਨਤ ਕਰਕੇ, ਬਹੁਤ ਹਿੰਮਤ ਦੇ ਨਾਲ ਘਾਲਣਾ ਕਰਕੇ ਇਹ ਲੈਕਚਰ ਜਿਹੜੇ ਨੇ ਤੁਹਾਡੇ ਵਾਸਤੇ ਤਿਆਰ ਕੀਤੇ ਜਾ ਰਹੇ ਨੇ। ਤੇ ਅਜੀਜ਼ ਪਿਆਰਿਓ, ਚੜ੍ਹਦੀ ਕਲਾ ਵਿੱਚ ਰਹੋ। ਇਹਨਾਂ ਲੈਕਚਰਾਂ ਨੂੰ ਆਪ ਵੀ ਵੇਖੋ, ਆਪਣੇ ਸਾਰਥਕ ਕਮੈਂਟ ਵੀ ਦਿਓ, ਹਾਂ ਇਹਨਾਂ ਨੂੰ ਸ਼ੇਅਰ ਵੀ ਕਰ ਦਿਓ ਤਾਂ ਕਿ ਲੋੜਵੰਦਾਂ ਤੱਕ ਇਹ ਪਹੁੰਚ ਜਾਣ। ਤੁਸੀਂ ਜਿਹੜੀਆਂ ਚੀਜ਼ਾਂ 250-300 ਦੀਆਂ ਕਿਤਾਬਾਂ ਜਿਹੜੀਆਂ ਕੰਪੀਟੀਟਿਵ ਐਗਜ਼ਾਮ ਦੀਆਂ ਨੇ ਉਹ ਖਰੀਦਦੇ ਹੋ, ਉਹਨਾਂ ਵਿੱਚ ਵੀ ਇੰਨਾ ਸਾਰਥਕ, ਇੰਨਾ ਰੈਲੇਵੈਂਟ ਮਟੀਰੀਅਲ ਨਹੀਂ ਹੁੰਦਾ। ਫਿਰ ਕਈ ਕਿਤਾਬਾਂ ਤਾਂ ਤੁਸੀਂ ਕਈ ਭਾਗਾਂ ਵਿੱਚ ਖਰੀਦਦੇ ਹੋ, ਉਹ ਫਿਰ ਵੀ ਕਿਸੇ ਕੰਮ ਨਹੀਂ ਆਉਂਦੀਆਂ। ਇਹ ਸਾਰੇ ਦੇ ਸਾਰੇ ਲੈਕਚਰ ਫ੍ਰੀ ਆਫ ਕਾਸਟ ਨੇ। ਠੀਕ ਹੈ ਜੀ। ਇਸ ਕਰਕੇ ਇਹਨਾਂ ਨੂੰ ਤੁਸੀਂ ਹਿੰਮਤ ਦੇ ਨਾਲ ਸੁਣ ਲਵੋ ਤੇ ਤੁਸੀਂ ਸਫਲ ਜ਼ਰੂਰ ਹੋਵੋਗੇ। ਸਾਰੇ ਦੇ ਸਾਰੇ ਲੈਕਚਰ ਅੱਜ ਆਪਾਂ ਪੰਜਾਬੀ ਸਾਹਿਤ ਵਿੱਚ ਸਵੈ ਜੀਵਨੀ ਦਾ ਅਗਲਾ ਭਾਗ ਕਰ ਰਹੇ ਹਾਂ। ਇਸ ਤੋਂ ਪਹਿਲਾਂ ਹੋਏ ਜਿਹੜੇ 3 ਭਾਗ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਸੁਣਿਓ। ਤੇ ਆਓ ਆਪਾਂ ਅੱਜ ਸਭ ਤੋਂ ਪਹਿਲਾਂ ਸਾਡੇ ਕੋਲ ਸੁਹਿੰਦਰ ਸਿੰਘ ਵਣਜਾਰਾ ਬੇਦੀ, ਇਹਨਾਂ ਦੀ ਸਵੈ ਜੀਵਨੀ ਤੇ ਸਵੈ ਜੀਵਨੀ ਦੇ ਵਿੱਚ ਜੋ ਪ੍ਰਮੁੱਖ ਗੱਲਾਂ ਨੇ, ਨੁਕਤੇ ਨੇ, ਉਹਨਾਂ ਬਾਰੇ ਗੱਲ ਕਰੀਏ। ਸੁਹਿੰਦਰ ਸਿੰਘ ਵਣਜਾਰਾ ਬੇਦੀ ਪੰਜਾਬੀ ਲੋਕਧਾਰਾ ਦਾ ਪ੍ਰਮੁੱਖ ਖੋਜੀ ਆਪਾਂ ਮੰਨ ਸਕਦੇ ਹਾਂ ਤੇ ਉਹਨਾਂ ਦੀ ਸਵੈ ਜੀਵਨੀ ਅੱਧੀ ਮਿੱਟੀ ਅੱਧਾ ਸੋਨਾ 1978 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਤੇ ਨਾਲ ਹੀ ਗਲੀਏ ਚਿੱਕੜ ਦੂਰ ਕਰ ਉਹਨਾਂ ਦੀ ਸਵੈ ਜੀਵਨੀ ਦਾ ਦੂਜਾ ਭਾਗ ਆ। ਮਤਲਬ ਇਹਨਾਂ ਦੀਆਂ 2 ਸਵੈ ਜੀਵਨੀਆਂ ਨੇ। ਪਹਿਲੀ ਅੱਧੀ ਮਿੱਟੀ ਅੱਧਾ ਸੋਨਾ 1978, ਦੂਜੀ ਗਲੀਏ ਚਿੱਕੜ ਦੂਰ ਕਰ। ਠੀਕ ਹੈ ਜੀ। ਤੇ ਸਾਹਿਤ ਕਲਾ ਪਰਿਸ਼ਦ ਪੁਰਸਕਾਰ ਲਈ ਵੀ ਗਲੀਏ ਚਿੱਕੜ ਦੂਰ ਕਰ ਜਿਹੜੀ ਸਵੈ ਜੀਵਨੀ ਆ ਇਹ ਚੁਣੀ ਗਈ ਸੀ। ਵੈਰੀ 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 ਇੰਪੋਰਟੈਂਟ। ਅਗਲਾ ਨੁਕਤਾ ਉਸ ਤੋਂ ਵੀ ਇੰਪੋਰਟੈਂਟ, ਕਿਉਂਕਿ 1988 ਈਸਵੀ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਗਲੀਏ ਚਿੱਕੜ ਦੂਰ ਕਰ ਨੂੰ ਮਿਲਿਆ ਸੀ ਸੁਹਿੰਦਰ ਸਿੰਘ ਵਣਜਾਰਾ ਦੀ ਸਵੈ ਜੀਵਨੀ ਨੂੰ। ਪੰਜਾਬੀ ਸਾਹਿਤ ਦੇ ਵਿੱਚ ਹੁਣ ਤੱਕ 2 ਇਹੋ ਜਿਹੀਆਂ ਸਵੈ ਜੀਵਨੀਆਂ ਨੇ ਜਿਨ੍ਹਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਿਆ। ਇੱਕ ਇਹ ਆ, ਇੱਕ ਦੀ ਗੱਲ ਆਪਾਂ ਅੱਗੇ ਜਾ ਕੇ ਕਰਾਂਗੇ। ਠੀਕ ਹੈ ਜੀ। ਸੁਹਿੰਦਰ ਸਿੰਘ ਵਣਜਾਰਾ ਬੇਦੀ ਦੀ ਸਵੈ ਜੀਵਨੀ ਬਾਬਤ ਜਦੋਂ ਆਪਾਂ ਵਿਚਾਰ ਕਰਦੇ ਹਾਂ ਤਾਂ ਆਪਣੀ ਸੋਚ ਦੇ ਗਹਿਰੇ ਸਾਏ ਸਵੈ ਜੀਵਨੀ ਅੰਸ਼ ਵਣਜਾਰਾ ਬੇਦੀ ਦੀ ਕਿਸ ਰਚਨਾ ਚੋਂ ਲਿਆ ਗਿਆ ਹੈ? ਇਹ ਪ੍ਰਸ਼ਨ ਬਹੁਤ ਵਾਰ ਪੁੱਛਿਆ ਜਾਂਦਾ ਆ। ਮੈਂ ਪ੍ਰਸ਼ਨ ਦੁਹਰਾ ਰਿਹਾ, ਉੱਤਰ ਵੀ ਨਾਲ ਦੱਸ ਰਿਹਾ, ਨੋਟ ਕਰ ਲਿਓ। ਆਪਣੀ ਸੋਚ ਦੇ ਗਹਿਰੇ ਸਾਏ ਸਵੈ ਜੀਵਨੀ ਅੰਸ਼ ਵਣਜਾਰਾ ਬੇਦੀ ਦੀ ਕਿਸ ਰਚਨਾ ਵਿੱਚੋਂ ਲਿਆ ਗਿਆ ਹੈ? ਇਹ +2 ਦੀ ਕਿਤਾਬ ਦੇ ਵਿੱਚ ਬੜਾ ਪ੍ਰਮੁੱਖ ਪ੍ਰਸ਼ਨ ਆ। ਮੈਂ ਉੱਥੋਂ ਲਿਆ ਤਾਂ ਕਿ ਤੁਹਾਨੂੰ ਜੇ ਆ ਜਾਵੇ ਤਾਂ ਤੁਸੀਂ ਡਾਵਾਂਡੋਲ ਨਾ ਹੋਵੋ। ਉੱਤਰ ਹੈ ਜੀ ਗਲੀਏ ਚਿੱਕੜ ਦੂਰ ਘਰ ਦੇ ਵਿੱਚੋਂ ਇਹ ਸਵੈ ਜੀਵਨੀ ਅੰਸ਼ ਲਿਆ ਗਿਆ ਸੀਗਾ।
ਤੇ ਪਲੱਸ 2 ਦੀ ਕਿਤਾਬ ਦੇ ਵਿੱਚ ਇਹਨੂੰ ਦਰਜ ਕੀਤਾ ਗਿਆ। ਸਵੈ ਜੀਵਨੀ ਅੰਸ਼ ਦੇ ਅਨੁਸਾਰ ਨਵਾਂ ਸਾਈਕਲ ਖਰੀਦਣ ਲਈ ਵਣਜਾਰਾ ਬੇਦੀ ਨੂੰ ਆਪਣੀ ਪਤਨੀ ਦਾ ਸੋਨੇ ਦਾ ਹਾਰ ਵੇਚਣਾ ਪੈਂਦਾ। ਆਪਣੀ ਪਤਨੀ ਦਾ ਸੋਨੇ ਦਾ ਹਾਰ ਵੇਚ ਕੇ ਸੁਹਿੰਦਰ ਸਿੰਘ ਵਣਜਾਰਾ ਬੇਦੀ, ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਨਵਾਂ ਸਾਈਕਲ ਖਰੀਦਦੇ ਆ। ਇਹ ਗੱਲਾਂ, ਇਹ ਨੁਕਤੇ ਆਪਣੇ ਜ਼ਿਹਨ 'ਚ ਵਸਾ ਲਵੋ। ਤੇ ਕਾਲਜ ਪੜ੍ਹਦਿਆਂ ਵਣਜਾਰਾ ਬੇਦੀ ਪ੍ਰੋਫੈਸਰ ਡਾਕਟਰ ਗੋਪਾਲ ਸਿੰਘ ਦਰਦੀ ਤੋਂ ਬਹੁਤ ਪ੍ਰਭਾਵਿਤ ਹੋਏ ਸੀਗੇ। ਵੈਰੀ 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 ਇੰਪੋਰਟੈਂਟ। ਡਾਕਟਰ ਗੋਪਾਲ ਸਿੰਘ ਦਰਦੀ ਨੂੰ ਤੁਸੀਂ ਜਾਣਦੇ ਹੋ। ਆਪਾਂ ਆਦਿ ਕਾਲ ਵਿੱਚ ਜਦੋਂ ਪੰਜਾਬੀ ਸਾਹਿਤ ਦੇ ਕਾਲ ਵੰਡ ਦੀ ਗੱਲ ਕੀਤੀ ਸੀ, ਉਦੋਂ ਬਹੁਤ ਚਰਚਾ ਹੋਈ ਸੀ। ਆ ਗਿਆ ਨਾ ਯਾਦ? ਕਰ ਲਓ। ਜੇ ਨਹੀਂ ਯਾਦ ਆਇਆ ਜਾਂ ਜੇ ਤੁਸੀਂ ਨਵੇਂ ਹੋ ਤਾਂ ਉਹ ਲੈਕਚਰ ਵੀ ਸੁਣ ਲਵੋ। ਡਿਸਕ੍ਰਿਪਸ਼ਨ ਦੇ ਵਿੱਚ ਸਾਰੇ ਦੇ ਸਾਰੇ ਲੈਕਚਰ ਜਿਹੜੇ ਨੇ ਉਹਨਾਂ ਦਾ ਲਿੰਕ ਤੁਹਾਨੂੰ ਪਾ ਦਿੱਤੇ ਗਏ ਨੇ। ਤੁਸੀਂ ਡਿਸਕ੍ਰਿਪਸ਼ਨ ਵਿੱਚ ਵੇਖ ਕੇ ਸਾਰੇ ਲੈਕਚਰ ਸੁਣ ਕੇ ਆਪਣੀ ਫੁੱਲ ਫਲੈਜ ਤਿਆਰੀ ਕਰੋ ਫ੍ਰੀ ਆਫ ਕਾਸਟ। ਚਲੋ ਅੱਗੇ ਤੁਰਦੇ ਹਾਂ। ਵਣਜਾਰਾ ਬੇਦੀ ਬੁਨਿਆਦੀ ਤੌਰ ਤੇ ਲੋਕ ਸਾਹਿਤ ਦਾ ਵਿਦਵਾਨ ਤੇ ਖੋਜੀ ਲੇਖਕ ਸੀ। ਉਸ ਦੀ ਸਵੈ ਜੀਵਨੀ ਚੋਂ ਵੀ ਇਹੀ ਰੰਗ ਮਿਲਦਾ ਹੈ। ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਉਹਦੀ ਸਵੈ ਜੀਵਨੀ, ਉਹੋ ਜਿਹੀ ਉਹਦੀ ਜ਼ਿੰਦਗੀ ਹੁੰਦੀ ਆ। ਅੱਧੀ ਮਿੱਟੀ ਅੱਧਾ ਸੋਨਾ ਸਵੈ ਜੀਵਨੀ ਜੋ 1978 ਵਿੱਚ ਪ੍ਰਕਾਸ਼ਿਤ ਹੋਈ ਸੀ, ਵਿੱਚ ਲੇਖਕ ਨੇ ਆਪਣੀ ਜਨਮ ਭੂਮੀ ਪੋਠੋਹਾਰ, ਆਪਣੀ ਜਾਤ ਅਤੇ ਆਪਣੇ ਪੋਠੋਹਾਰ ਦੀ ਧਰਤੀ ਬਾਰੇ ਕਈ ਇਤਿਹਾਸਕ ਤੇ ਮਿਥਿਹਾਸਕ ਘਟਨਾਵਾਂ ਅਤੇ ਤੱਥਾਂ ਦਾ ਵੇਰਵਾ ਦਿੱਤਾ ਹੈ। ਵੈਰੀ 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 ਇੰਪੋਰਟੈਂਟ। ਇਹ ਤੁਸੀਂ ਨੋਟ ਕਰ ਲਵੋ। ਤੇ ਵਣਜਾਰਾ ਬੇਦੀ ਨੇ ਬਚਪਨ ਦੀਆਂ ਘਟਨਾਵਾਂ, ਵਿਸ਼ੇਸ਼ ਕਰਕੇ ਪਿਤਾ ਦੇ ਅਕਾਲ ਚਲਾਣੇ ਦਾ ਬਿਰਤਾਂਤ ਬੜੇ ਕਰੁਣਾਮਈ ਸਵਰ ਦੇ ਵਿੱਚ ਬਿਆਨ ਕੀਤਾ ਹੈ। ਆਪਣੇ ਦਰਦ ਭਰੀ ਹਾਲਤ ਦੇ ਵਿੱਚ ਉਹ ਆਪਣੇ ਇਹ ਸ਼ਬਦ ਜਿਹੜੇ ਨੇ ਉਹ ਇਸ ਸਵੈ ਜੀਵਨੀ ਦੇ ਵਿੱਚ ਪੇਸ਼ ਕਰਦੇ ਨੇ। ਕੁਝ ਰੋਮਾਂਟਿਕ ਜਿਹੀਆਂ ਪ੍ਰੇਮ ਘਟਨਾਵਾਂ ਦਾ ਮਨੋਰੰਜਕ ਵਰਣਨ ਵੀ ਸਾਨੂੰ ਸਵੈ ਜੀਵਨੀ ਦੇ ਵਿੱਚੋਂ ਮਿਲਦਾ ਆ। ਤੇ ਲੇਖਕ ਨੇ ਦੇਸ਼ ਵੰਡ ਦੇ ਕਰੁਣਾਮਈ ਸਮਾਚਾਰਾਂ ਦਾ ਵਿਸਥਾਰ ਪੂਰਵਕ ਤੇ ਯਥਾਰਥਵਾਦੀ ਵਰਣਨ ਆਪਣੀ ਸਵੈ ਜੀਵਨੀ ਦੇ ਵਿੱਚ ਕੀਤਾ ਆ। ਜਿਵੇਂ ਰਾਵਲਪਿੰਡੀ ਛੱਡਣ ਸਮੇਂ ਆਪਣੀ ਜਵਾਨ ਭੈਣ ਨੂੰ ਦਿੱਤੇ ਗਏ ਸੁਝਾਅ ਆਦਿ। ਅਭੁੱਲ ਯਾਦਾਂ ਸਾਂਝੀਆਂ ਜਿਹੜੀਆਂ ਉਹਦੀਆਂ ਉਹਨੇ ਕੀਤੀਆਂ ਨੇ, ਜਿਹਨੂੰ ਉਹ ਕਦੇ ਵੀ ਨਹੀਂ ਭੁੱਲ ਸਕਿਆ ਜ਼ਿੰਦਗੀ ਦੇ ਵਿੱਚ। ਤੇ ਸਵੈ ਜੀਵਨੀ ਦੇ ਵਿੱਚ ਲੇਖਕ ਤੇ ਲੋਕਧਾਰਾ ਦੇ ਖੋਜੀ ਵਜੋਂ ਪ੍ਰਾਪਤ ਹੋਈ ਪ੍ਰਸਿੱਧੀ ਤੋਂ ਪਹਿਲਾਂ ਦੀਆਂ ਘਟਨਾਵਾਂ ਹੀ ਸੰਕਲਿਤ ਹਨ। ਵਣਜਾਰਾ ਬੇਦੀ ਨੇ ਆਪਣੀ ਸਵੈ ਜੀਵਨੀ ਦੇ ਵਿੱਚ ਜਦੋਂ ਉਹ ਲੋਕਧਾਰਾ ਦੇ ਤੌਰ ਤੇ ਪ੍ਰਸਿੱਧ ਨਹੀਂ ਹੋਇਆ ਸੀ, ਉਸ ਤੋਂ ਪਹਿਲਾਂ ਦੀਆਂ ਗੱਲਾਂ ਨੂੰ ਆਪਣੀ ਸਵੈ ਜੀਵਨੀ ਦਾ ਹਿੱਸਾ ਬਣਾਇਆ ਆ। ਠੀਕ ਹੈ ਜੀ, ਜੋ ਇੱਕ ਸਧਾਰਨ ਮੱਧ ਸ਼੍ਰੇਣੀ ਦੇ ਬੁੱਧੀਜੀਵੀ ਦੇ ਜੀਵਨ ਵਿੱਚ ਆ ਸਕਦੀਆਂ ਹਨ, ਪਰ ਇਸ ਸਭ ਵਿੱਚ ਉਸ ਦਾ ਬਿਆਨ ਵੇਗਵਾਨ, ਰਵਾਨੀ ਅਤੇ ਸਾਹਿਤਕ ਗੁਣਾਂ ਨਾਲ ਚਮਕਦੇ ਦਮਕਦੇ ਸ਼ਬਦ ਚਿੱਤਰਾਂ ਦੀ ਜੜਤਕਾਰੀ ਨਾਲ ਅਦਭੁਤ ਜਿਹਾ ਸੋਹਜ ਸੰਵਾਦ ਉਤਪੰਨ ਕਰ ਦਿੰਦੇ ਹਨ। ਮਤਲਬ ਉਹਨਾਂ ਦੀ ਸ਼ਬਦਾਵਲੀ ਬੜੀ ਰਸੀਲੀ ਆ। ਉਹਨੂੰ ਪੜ੍ਹ ਕੇ, ਉਹਨੂੰ ਵੇਖ ਕੇ ਸਾਡਾ ਮਨ ਜਿਹੜਾ ਆ ਵਾਰ-ਵਾਰ ਪੜ੍ਹਨ ਨੂੰ ਦਿਲ ਕਰਦਾ ਆ। ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਦੀ ਸਵੈ ਜੀਵਨੀ ਗਲੀਏ ਚਿੱਕੜ ਦੂਰ ਕਰ ਵਿੱਚੋਂ ਲੋਕਧਾਰਾ ਅਤੇ ਸੱਭਿਆਚਾਰ ਪ੍ਰਤੀ ਉਸ ਦੀ ਲਗਨ ਅਤੇ ਲਗਾਓ ਦੇ ਵੇਰਵੇ ਦ੍ਰਿਸ਼ਟੀਗੋਚਰ ਹੁੰਦੇ ਹਨ। ਇਹ ਉਹਨਾਂ ਦੀ ਦੂਜੀ ਸਵੈ ਜੀਵਨੀ ਅੰਸ਼ ਆ। ਠੀਕ ਹੈ ਜੀ, ਜਿਹਦੇ ਵਿੱਚ ਉਹਨਾਂ ਨੇ ਆਪਣੀ ਖੋਜ ਨੂੰ ਆਧਾਰ ਬਣਾਇਆ ਸੀ, ਜਿਹਦੇ ਵਿੱਚ ਉਹਨਾਂ ਨੇ ਆਪਣੀ ਰਿਸਰਚ ਦੀ ਗੱਲ ਵਿਸਥਾਰਪੂਰਵਕ ਕੀਤੀ। ਤੇ ਗਲੀਏ ਚਿੱਕੜ ਦੂਰ ਘਰ ਦੀ ਭੂਮਿਕਾ ਵਿੱਚ ਡਾਕਟਰ ਵਣਜਾਰਾ ਬੇਦੀ ਜੀ ਦਾ ਕਥਨ ਨੋਟ ਕਰੋ। ਸਵੈ ਜੀਵਨੀ ਦੇ ਵਿੱਚ ਲਿਖਿਆ ਉਹਨਾਂ ਨੇ, ਮੈਂ ਆਪਣੀ ਸਵੈ ਜੀਵਨੀ ਵਿੱਚ ਜੀਵਨ ਤੱਥਾਂ ਨੂੰ ਮੁੱਖ ਰੱਖਿਆ ਹੈ। ਜੋ ਕੁਝ ਵਾਪਰਿਆ, ਜੋ ਕੁਝ ਦੇਖਿਆ, ਸੁਣਿਆ ਅਤੇ ਅਨੁਭਵ ਕੀਤਾ, ਕੇਵਲ ਉਹ ਲਿਖਿਆ ਹੈ। ਆਪਣੇ ਵੱਲੋਂ ਕੋਈ ਬਣਾਵਟ ਸ਼ਾਮਲ ਨਹੀਂ ਕੀਤੀ, ਕਿਉਂਕਿ ਮੈਨੂੰ ਬਣਾਵਟ ਤੋਂ ਨਫ਼ਰਤ ਹੈ। ਸਾਦਗੀ ਅਤੇ ਸਚਾਈ ਮੇਰਾ ਜੀਵਨ ਆਦਰਸ਼ ਹੈ। ਇਹ ਗਲੀਏ ਚਿੱਕੜ ਦੂਰ ਘਰ ਸਵੈ ਜੀਵਨੀ ਦੇ ਵਿੱਚ ਡਾਕਟਰ ਵਣਜਾਰਾ ਬੇਦੀ ਜੀ ਨੇ ਲਿਖਿਆ ਆ। ਇਹ ਉਹਨਾਂ ਦਾ ਕਥਨ ਆ। ਠੀਕ ਹੈ ਜੀ, ਆਪਾਂ ਹੁਣ ਅੱਜ ਦੇ ਦੂਜੇ ਸਵੈ ਜੀਵਨੀਕਾਰ ਡਾਕਟਰ ਦਲੀਪ ਕੌਰ ਟਿਵਾਣਾ ਵੱਲ ਵਧਦੇ ਹਾਂ।
ਡਾਕਟਰ ਦਲੀਪ ਕੌਰ ਟਿਵਾਣਾ ਬਹੁਤ ਵੱਡੀ ਗਲਪਕਾਰ ਆ, ਮਤਲਬ ਨਾਵਲਕਾਰ ਤੇ ਕਹਾਣੀਕਾਰ ਆ। ਉਹਨਾਂ ਦੀ ਸਵੈ ਜੀਵਨੀ ਦਾ ਨਾਮ ਹੈ ਨੰਗੇ ਪੈਰਾਂ ਦਾ ਸਫ਼ਰ, ਜੋ 1980 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਈ ਸੀ। ਇਹ ਇੱਕ ਸਫਲ ਸਵੈ ਜੀਵਨੀ ਮੰਨੀ ਜਾਂਦੀ ਆ। ਲੇਖਕਾਂ ਨੇ ਆਪਣੇ ਨਿੱਜ ਹੁੰਦਾ ਪਰਸਨਲੀ, ਆਪਣੇ ਨਿੱਜ ਉੱਤੇ ਜੋ ਕਸ਼ਟ ਤੇ ਮਾਨਸਿਕ ਸੰਤਾਪ ਹੰਢਾਏ ਹਨ, ਉਹਨਾਂ ਦਾ ਕਰੁਣਾਮਈ ਸਵਰ ਵਿੱਚ ਪ੍ਰਗਟਾਓ ਕੀਤਾ ਇਸ ਸਵੈ ਜੀਵਨੀ ਦੇ ਵਿੱਚ। ਪਿਤਾ ਵੱਲੋਂ ਤਿਰਸਕਾਰੀ ਹੋਈ ਮਾਂ ਦੇ ਮਾਨਸਿਕ ਸੰਤਾਪਾਂ ਨੂੰ ਅਨੁਭਵ ਕਰਦੀ ਹੋਈ ਪੁਰਸ਼ ਪ੍ਰਧਾਨ ਸਮਾਜ ਵਿੱਚ ਮਾਨਵ ਰੂਪੀ ਮਤਲਬ ਬੰਦਿਆਂ ਵਾਲੇ ਜਿਹੜੇ ਬੰਦੇ ਸੀਗੇ ਸਮਾਜ ਦੇ ਵਿੱਚ ਆਪਣੀ ਚੌਧਰ ਚਮਕਾਉਣਾ ਚਾਹੁੰਦੇ ਸੀ, ਔਰਤ ਨੂੰ ਬੜਾ ਨੀਵਾਂ ਕਰਕੇ ਵੇਖਦੇ ਸੀ, ਉਹਨਾਂ ਬਾਬਤ ਇਹ ਗੱਲ ਕਹੀ ਉਹਨਾਂ ਨੇ। ਪੁਰਸ਼ ਪ੍ਰਧਾਨ ਸਮਾਜ ਵਿੱਚ ਮਾਨਵ ਰੂਪੀ ਬਘਿਆੜਾਂ, ਗਿੱਦੜਾਂ ਅਤੇ ਲੂੰਬੜਾਂ ਵਿੱਚ ਵਿਚਰਦੀ ਹੋਈ ਦਲੀਪ ਕੌਰ ਟਿਵਾਣਾ ਨੇ ਆਪਣੇ ਸਵੈ ਮਾਨ ਨੂੰ ਸੁਰੱਖਿਅਤ ਰੱਖਿਆ ਹੈ ਤੇ ਆਪਣੀ ਸਵੈ ਜੀਵਨੀ ਦੇ ਵਿੱਚ ਉਹਨੂੰ ਦਰਜ ਕੀਤਾ ਆ। ਠੀਕ ਹੈ ਜੀ। ਡਾਕਟਰ ਟਿਵਾਣਾ ਨੇ ਆਪਣੇ ਪ੍ਰਸਿੱਧ ਨਾਵਲ ਲੰਘ ਗਏ ਦਰਿਆ ਸਮਾਨ ਉਸਨੇ ਨੰਗੇ ਪੈਰਾਂ ਦਾ ਸਫ਼ਰ ਵਿੱਚ ਵੀ ਭੂਤਪੂਰਵ ਪਟਿਆਲੇ ਦੇ ਭੂਪਵਾਦੀ ਸਮਾਜ ਦਾ ਨੰਗਾ ਚਰਿੱਤਰ ਪੇਸ਼ ਕੀਤਾ ਹੈ। ਠੀਕ ਹੈ ਜੀ। ਇਹ ਨੁਕਤਾ ਬਹੁਤ ਅਹਿਮ ਆ, ਕਿਉਂਕਿ ਉਹਦੇ ਨਾਵਲ ਦੇ ਵਿੱਚ ਜੋ ਅੰਸ਼ ਪੈਂਦੇ ਨੇ ਉਹ ਵੀ ਉਹਦੀ ਸਵੈ ਜੀਵਨੀ ਦੇ ਨਾਲ ਰਲਦੇ ਮਿਲਦੇ ਟੱਚ ਕਰਦੇ ਨੇ ਉਹਨੂੰ। ਠੀਕ ਹੈ ਜੀ। ਤੇ ਇਸ ਸਵੈ ਜੀਵਨੀ ਵਿੱਚ ਲੇਖਿਕਾ ਛੋਟੀ ਉਮਰ ਤੋਂ ਆਰੰਭ ਕਰਦੀ ਹੈ ਅਤੇ ਸਮੇਂ ਦੇ ਬੀਤਣ ਦੇ ਨਾਲ ਨਾਲ ਉਸ ਦੇ ਜੀਵਨ ਹਾਲਾਤ ਵੀ ਬਦਲਦੇ ਜਾਂਦੇ ਇਸ ਸਵੈ ਜੀਵਨੀ ਵਿੱਚ ਨਿੱਤਰ ਗੋਚਰੇ ਹੁੰਦੇ ਆ, ਸਾਨੂੰ ਦੇਖਣ ਨੂੰ ਮਿਲਦੇ ਆ। ਸਵੈ ਜੀਵਨੀ ਉਸਦੇ ਆਪਣੇ ਪਰਿਵਾਰ ਅਤੇ ਸਕੇ ਸੰਬੰਧੀਆਂ ਦੁਆਲੇ ਵਧੇਰੇ ਘੁੰਮਦੀ ਸਾਨੂੰ ਪ੍ਰਤੀਤ ਹੁੰਦੀ ਆ, ਨਜ਼ਰ ਆਉਂਦੀ ਆ। ਇਸ ਵਿਵਰਣ ਵਿੱਚੋਂ ਮਾਲਵੇ ਦੇ ਪੇਂਡੂ ਜੀਵਨ ਦੀ ਬੜੀ ਹੀ ਸੰਜੀਵ ਸੱਭਿਆਚਾਰਕ ਤਸਵੀਰ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਵੈਰੀ ਇੰਪੋਰਟੈਂਟ ਕਿ ਇਸ ਵਿਵਰਣ ਵਿੱਚੋਂ ਉਹ ਜੋ ਆਪਣੀ ਸਵੈ ਜੀਵਨੀ ਦੇ ਵਿੱਚ ਵਿਆਖਿਆ ਕਰਦੀ ਆ, ਬਿਆਨ ਕਰਦੀ ਆ, ਉਸ ਵਿੱਚੋਂ ਮਾਲਵੇ ਦੇ ਪੇਂਡੂ ਜੀਵਨ ਦੀ ਬੜੀ ਹੀ ਸਜੀਵ ਸੱਭਿਆਚਾਰਕ ਤਸਵੀਰ ਦੇ ਦਰਸ਼ਨ ਕੀਤੇ ਜਾ ਸਕਦੇ ਆ। ਤੇ ਟਿਵਾਣਾ ਨੇ ਆਪਣੇ ਲੇਖਕੀ ਧਰਮ, ਜੀਵਨੀਕਾਰ ਧਰਮ ਅਤੇ ਆਤਮ ਪ੍ਰਕਾਸ਼ ਦੇ ਧਰਮ ਤੇ ਸੱਚ ਇਮਾਨਦਾਰੀ ਦੇ ਮਿਲਵੇਂ ਜੁਲਵੇਂ ਧਰਮ ਨੂੰ ਪੂਰੀ ਨਿਸ਼ਠਾ ਅਤੇ ਸਿਰੜ ਨਾਲ ਆਪਣੀ ਇਸ ਸਵੈ ਜੀਵਨੀ ਵਿੱਚ ਨਿਭਾਇਆ ਆ। ਠੀਕ ਹੈ ਜੀ। ਡਾਕਟਰ ਦਲੀਪ ਕੌਰ ਟਿਵਾਣਾ ਨੇ ਸਵੈ ਜੀਵਨੀ ਦੀ ਵਿਧੀ ਨੂੰ ਇੱਕ ਸਾਹਿਤਕ, ਕਲਾਤਮਕ, ਵਿਗਿਆਨਕ ਅਤੇ ਯਥਾਰਥਕ ਰੂਪ ਪ੍ਰਦਾਨ ਕੀਤਾ ਆ। ਇਸ ਕਰਕੇ ਇਹ ਸਵੈ ਜੀਵਨੀ ਬਹੁਤ ਸਫਲ ਸਵੈ ਜੀਵਨੀ ਮੰਨੀ ਜਾਂਦੀ ਆ। ਦੀ ਉਪਭਾਸ਼ਾ ਜੋ ਮਲਵਈ ਆ, ਮਲਵਈ ਜ਼ੁਬਾਨ ਵਿੱਚ ਲਿਖੀ ਇਹ ਪਹਿਲੀ ਸਵੈ ਜੀਵਨੀ ਹੋ ਸਕਦੀ ਆ, ਮੰਨੀ ਜਾ ਸਕਦੀ ਆ, ਕਿਉਂਕਿ ਇੰਨੀ ਸ਼ੁੱਧ ਮਲਵਈ ਉਪਭਾਸ਼ਾ ਦੇ ਵਿੱਚ ਕੋਈ ਹੋਰ ਸਵੈ ਜੀਵਨੀ ਸਾਨੂੰ ਨਹੀਂ ਮਿਲਦੀ। ਅੱਗੇ ਤੁਰੋ। ਡਾਕਟਰ ਟਿਵਾਣਾ ਦੀ ਸਵੈ ਜੀਵਨੀ ਚੋਂ 20ਵੀਂ ਸਦੀ ਦਾ ਪੇਂਡੂ ਪੰਜਾਬ ਅਤੇ ਪਿੰਡ ਤੋਂ ਸ਼ਹਿਰ ਦਾ ਦਰਜਾ ਅਖਤਿਆਰ ਕਰ ਰਿਹਾ ਮਾਲਵੇ ਦੇ ਪ੍ਰਮੁੱਖ ਨਗਰ ਪਟਿਆਲਾ ਵੀ ਖੂਬ ਉਗੜ ਕੇ ਸਾਹਮਣੇ ਆਉਂਦਾ ਆ। ਮਤਲਬ ਸਪਸ਼ਟ ਆ ਕਿ 20ਵੀਂ ਸਦੀ ਦੇ ਵਿੱਚ ਜੋ ਉਤਲ ਪੁਤਲ ਹੁੰਦੀ ਆ, ਜੋ ਨਵੇਂ ਤੇਵਰ ਬਦਲਦੇ ਆ, ਪਿੰਡ ਤੋਂ ਸ਼ਹਿਰਾਂ ਵੱਲ ਨੂੰ ਪ੍ਰਵਾਸ ਜਾਂ ਪ੍ਰਵਾਸ ਭਰਦੇ ਜੋ ਇਨਸਾਨ ਨੇ ਪੰਛੀਆਂ ਦੀ ਤਰ੍ਹਾਂ, ਉਹਨਾਂ ਦਾ ਜ਼ਿਕਰ ਤੇ ਉਹਨਾਂ ਸ਼ਹਿਰਾਂ ਦਾ ਜਿਵੇਂ ਪਟਿਆਲਾ ਆ, ਉਹਦਾ ਕੁਝ ਨਵੀਆਂ ਨੁਹਾਰਾਂ ਜਿਹੜੀਆਂ ਨੇ ਸਾਨੂੰ ਇਸ ਸਵੈ ਜੀਵਨੀ ਵਿੱਚ ਵੇਖਣ ਨੂੰ ਮਿਲਦੀਆਂ ਨੇ। ਠੀਕ ਹੈ ਜੀ। ਸਮਝ ਗਏ ਹੋ ਨਾ? ਸ਼ਾਬਾਸ਼। ਅੱਗੇ ਤੁਰਦੇ ਹਾਂ ਆਪਾਂ। ਸਵੈ ਜੀਵਨੀ ਵਿੱਚ ਪੇਂਡੂ ਪੰਜਾਬ ਦਾ ਸਾਂਝਾ ਸੱਭਿਆਚਾਰ, ਜਿਸ ਵਿੱਚ ਗੰਗਾ ਇਸ਼ਨਾਨ ਤੇ ਦੇਵੀ ਦੁਆਰੇ ਤੇ ਮੰਦਰ ਲਈ ਅਤੇ ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਆਰੇ ਲਈ ਇੱਕੋ ਜਿਹੀ ਸ਼ਰਧਾ ਹੈ। ਆਪਸੀ ਭਾਈਚਾਰੇ ਦੀ ਇਸ ਸਵੈ ਜੀਵਨੀ ਦੇ ਵਿੱਚ ਥਾਂ ਪੈਂਦੀ ਆ, ਥੋਂ ਪਤਾ ਲੱਗਦਾ ਆ। ਤੇ ਇਸ ਸਵੈ ਜੀਵਨੀ ਜਿਹੜੀ ਆ ਉਹ ਉਹਨਾਂ ਲੋਕਾਂ ਵਿੱਚ ਜੋ ਸਾਂਝ ਸੀ ਉਹਨੂੰ ਵੀ ਪੇਸ਼ ਕਰਦੀ ਆ। ਜੋ ਵਹਿਮਾਂ ਭਰਮਾਂ, ਕਰਮ ਕਾਂਡ, ਪੁਨਰ ਜਨਮ, ਕਰਮ ਫਲ, ਸੁਰਗ ਤੇ ਨਰਕ ਆਦਿ ਦੇ ਸੰਕਲਪ, ਜੋਤਿਸ਼ ਤੇ ਪੁੱਛਾਂ, ਟੂਣਿਆਂ ਤੇ ਜਾਦੂਆਂ, ਤਵੀਤਾਂ, ਝਾੜਿਆਂ ਆਦਿ ਲਈ ਬਰਾਬਰ ਦਾ ਉਤਸ਼ਾਹ ਰੱਖਦਾ ਹੈ।
मतलब कि लोगों के लोक धर्म प्रति जो विश्वास सीगे वो भी इस स्वै जीवनी दे विच सानूं झलकदे नज़र आउंदे आ। जिथे तीयां मेलिਆਂ ਦਾ ਸਾਂਝਾ ਚਾਉ ਤੇ ਮਲਾਹ ਹੈ ਅਤੇ ਜਿੱਥੇ ਨਸ਼ੇ ਲੜਾਈ ਝਗੜੇ ਜਾਇਦਾਦਾਂ ਨੂੰ ਹੜੱਪ ਕਰਨ ਦੇ ਆਹਰ ਸਭ ਕੁਝ ਹਨ। ਆਮ ਸਧਾਰਨ ਜ਼ਿੰਦਗੀ ਨੂੰ ਦਲੀਪ ਕੌਰ ਟਿਵਾਣਾ ਨੇ ਆਪਣੀ ਸਵੈ ਜੀਵਨੀ ਨੰਗੇ ਪੈਰਾਂ ਦੇ ਸਫ਼ਰ ਵਿੱਚ ਬਾਖੂਬੀ ਪੇਸ਼ ਕੀਤਾ ਆ। ਆਪਾਂ ਸੌਖੇ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ, ਸਵੈ ਜੀਵਨੀ ਵਿੱਚ ਜ਼ਮੀਨਾਂ ਦੇ ਵੱਡੇ ਮਾਲਕਾਂ ਵਿੱਚ ਨਸ਼ੇ ਪਾਣੀ ਜੂਏ ਬਹੁਤ ਸਾਰੇ ਵਿਆਹਾਂ ਮੁੰਡੇ ਦੇ ਜਨਮ ਲਈ ਸਹਿਕ ਇੱਕ ਵਾਰ-ਵਾਰ ਭਟਕਣ ਮੁੰਡੇ ਦੇ ਜਨਮ ਦੇ ਲਈ ਇੱਕ ਆਪਣੇ ਅੰਦਰ ਤੜਪ ਹੋਣੀ ਇਹ ਵੀ ਉਸ ਦੀ ਸਵੈ ਜੀਵਨੀ ਦੇ ਵਿੱਚ ਪੇਸ਼ ਹੁੰਦੀ ਆ। ਜਨਮ ਤੇ ਖੁਸ਼ੀਆਂ ਪੁਰਸ਼ ਦੀ ਸਰਦਾਰੀ ਨਾਮ ਲਈ ਮਰ ਮਿਟਣ ਦੀ ਚਾਹ ਪਰਦੇਦਾਰੀ ਤੇ ਹੋਰ ਕਈ ਕਿਸਮ ਦੀ ਝੂਠੀ ਆਨ ਸ਼ਾਨ ਦਾ ਬਹੁਤ ਸੁੰਦਰ ਵਰਣਨ ਡਾਕਟਰ ਦਲੀਪ ਕੌਰ ਟਿਵਾਣਾ ਨੇ ਆਪਣੀ ਸਵੈ ਜੀਵਨੀ ਦੇ ਵਿੱਚ ਕੀਤਾ ਤੇ ਸਾਨੂੰ ਮਿਲਦਾ ਆ। ਇਹ ਵਿਸਥਾਰ ਵਿੱਚ ਇਸ ਕਰਕੇ ਦੱਸ ਰਿਹਾ ਕਿਉਂਕਿ ਪੇਪਰਾਂ ਦੇ ਵਿੱਚ ਬਹੁਤ ਵਾਰ ਇਸ ਸੰਬੰਧੀ ਪ੍ਰਸ਼ਨ ਆਉਂਦੇ ਨੇ। ਠੀਕ ਹੈ ਜੀ, ਤੇ ਇਹ ਵਿਸਥਾਰ ਵਿੱਚ ਜਾਣਨਾ ਤੁਹਾਡੇ ਲਈ ਬੜਾ ਜ਼ਰੂਰੀ ਆ। ਇਹ ਨੋਟ ਕਰਦੇ ਜਾਓ, ਜ਼ਿਹਨ ਦੇ ਵਿੱਚ ਵਸਾ ਲਓ, ਇੱਕ ਦੋ ਵਾਰ ਵੇਖੋ, ਤੁਹਾਨੂੰ ਆਪਣੇ ਆਪ ਹੀ ਯਾਦ ਹੋ ਜਾਣਾ। ਡਾਕਟਰ ਟਿਵਾਣਾ ਨੇ ਆਪਣੀ ਕਾਰਵਾ ਨਾਂ ਦੀ ਕੱਕੇ ਕੰਨਾ ਰਾਰਾ ਵਾਵੇ ਕੰਨਾ, ਠੀਕ ਹੈ ਜੀ, ਡਾਕਟਰ ਟਿਵਾਣਾ ਨੇ ਆਪਣੀ ਕਾਰਵਾ ਨਾਂ ਦੀ ਰਚਨਾ ਵਿੱਚ ਆਪਣੇ ਜੀਵਨ ਦੇ ਗੰਭੀਰ ਨਿੱਜੀ ਅਨੁਭਵ ਨੂੰ, ਜਿਸ ਵਿੱਚ ਘਰੋਗੀ ਹੁੰਦਾ ਘਰੇਲੂ ਘਰ ਦੇ ਜਿਹੜੇ ਆ, ਜਿਸ ਵਿੱਚ ਘਰੋਗੀ ਤੇ ਜਨਤਕ ਆਪਾਂ ਕਹਿ ਦਿੰਦੇ ਹਾਂ ਆਮ ਜ਼ਿੰਦਗੀ ਜਿਹੜੀ ਪਬਲਿਕ ਦੇ ਵਿੱਚ ਆਪਾਂ ਜਿਉਂਦੇ ਆ, ਜੀਵਨ ਦੇ ਪੱਖ ਹੀ ਆ ਜਾਂਦੇ ਹਨ ਨੂੰ ਕਲਾਮਈ ਢੰਗ ਨਾਲ ਪੜ੍ਹਨ ਯੋਗ ਤੇ ਗੰਭੀਰ ਨੁਕਤਿਆਂ ਤੇ ਪ੍ਰਕਾਸ਼ ਪਾਇਆ ਹੈ। ਇਸ ਰਚਨਾ ਵਿੱਚ ਕੁਝ ਵਿਸ਼ੇਸ਼ ਵਿਅਕਤੀਆਂ ਦੇ ਰੇਖਾ ਚਿੱਤਰ ਵੀ ਅੰਕਿਤ ਕੀਤੇ ਹੋਏ ਸਾਨੂੰ ਮਿਲਦੇ ਹਨ। ਇਹ ਸੀ ਡਾਕਟਰ ਦਲੀਪ ਕੌਰ ਟਿਵਾਣਾ ਦੇ ਬਾਰੇ ਵਿੱਚ ਜੋ ਚਰਚਾ ਆਪਾਂ ਕੀਤੀ ਆ, ਬਹੁਤ ਅਹਿਮ ਸੀ। ਥੋੜਾ ਜਿਹਾ ਇਹਨੂੰ ਸੁਣਨਾ ਪੈ ਸਕਦਾ ਦੁਬਾਰਾ ਕਿਉਂਕਿ ਹੋ ਸਕਦਾ ਤੁਸੀਂ ਇਹ ਗੱਲਾਂ ਪਹਿਲੀ ਵਾਰ ਸੁਣੀਆਂ ਹੋਣ, ਪਰ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਇਹ ਬਹੁਤ 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 ਜ਼ਰੂਰੀ ਸੀ। ਠੀਕ ਹੈ ਜੀ, ਤੇ ਆਪਣੇ ਕੋਲ ਅਗਲੀ ਸਵੈ ਜੀਵਨੀਕਾਰ ਆਇਆ ਅਜੀਤ ਕੌਰ, ਜੋ ਕਹਾਣੀ ਲਿਖਦੀ ਰਹੀ ਆ। ਅਜੀਤ ਕੌਰ ਕਮਾਲ ਦੀ ਗਲਪਕਾਰ ਆ। ਚਲੋ ਆਪਾਂ ਉਹਨਾਂ ਦੀਆਂ ਸਵੈ ਜੀਵਨੀਆਂ ਦੀ ਗੱਲ ਕਰਦੇ ਹਾਂ। ਅਜੀਤ ਕੌਰ ਦੀਆਂ ਦੋ ਸਵੈ ਜੀਵਨੀਆਂ ਮਿਲਦੀਆਂ ਨੇ, ਇੱਕ ਖਾਨਾ ਬਦੋਸ਼ ਜੋ 1982 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਈ ਸੀ, ਦੂਜੀ ਕੂੜ ਕਬਾੜਾ। ਇਹ ਦੋ ਸਵੈ ਜੀਵਨੀਆਂ ਨੇ ਵੈਰੀ ਇੰਪੋਰਟੈਂਟ ਕਿਉਂਕਿ ਅਜੀਤ ਕੌਰ ਜਿਹੜੀ ਆ ਉਹ ਵੀ ਬਹੁਤ ਮਸ਼ਹੂਰ ਕਹਾਣੀਕਾਰਾਂ ਦੇ ਤੌਰ ਤੇ ਸਾਡੇ ਸਾਹਮਣੇ ਆਉਂਦੀ ਆ ਤੇ ਕਮਾਲ ਦੀਆਂ ਕਹਾਣੀਆਂ ਜਿਹੜੀਆਂ ਨੇ ਉਹਨੇ ਲਿਖੀਆਂ ਨੇ। ਖਾਨਾ ਬਦੋਸ਼ ਵਿੱਚ ਅਜੀਤ ਕੌਰ ਆਪਣੇ ਜੀਵਨ ਰਹੱਸਾਂ ਨੂੰ ਬੜੀ ਬੇਬਾਕੀ ਅਤੇ ਦਲੇਰੀ ਨਾਲ ਪ੍ਰਗਟ ਕਰਦੀ ਹੈ। ਇਹੀ ਉਹਦੀ ਖਾਸੀਅਤ ਆ ਕਿ ਇਹ ਔਰਤ ਬੜੀ ਬੇਬਾਕ ਸੀ। ਬੇਬਾਕ ਹੁੰਦਾ ਨਿਡਰ, ਤੇ ਦਲੇਰੀ ਦਾ ਮਤਲਬ ਹੁੰਦਾ ਹੌਸਲਾ ਕਰਨਾ, ਤੇ ਬੜੇ ਹੌਸਲੇ ਦੇ ਨਾਲ ਉਹ ਆਪਣੀ ਗੱਲ ਨੂੰ ਕਹਿੰਦੀ ਆ। ਇਸ ਰਚਨਾ ਵਿੱਚ ਉਸਨੇ ਦਰਸਾਇਆ ਹੈ ਕਿ ਸੁਤੰਤਰ ਅਤੇ ਸਵੈਮਾਨ ਵਾਲੀ ਨਾਰੀ ਹੁੰਦੀ ਔਰਤ ਦਾ ਕੋਈ ਘਰ ਨਹੀਂ ਹੁੰਦਾ, ਉਸ ਨੂੰ ਖਾਨਾ ਬਦੋਸ਼ਾਂ ਵਾਲਾ ਜੀਵਨ ਬਿਤਾਉਣਾ ਪੈਂਦਾ ਹੈ। ਖਾਨਾ ਬਦੋਸ਼ਾਂ ਦਾ ਸੌਖਾ ਜਿਹਾ ਤੁਸੀਂ ਅਰਥ ਕਰਨਾ ਹੋਵੇ ਤਾਂ ਉਹ ਇੱਕ ਥਾਂ ਤੋਂ ਦੂਜੀ ਥਾਂ ਤੋਂ ਤੀਜੀ ਥਾਂ ਤੋਂ ਚੌਥੀ ਥਾਂ ਜਿਹੜੇ ਲੋਕ ਜਿਹੜੇ ਖਾਨਾ ਬਦੋਸ਼ ਇਨਸਾਨ ਨੇ ਉਹ ਤੁਰਦੇ ਰਹਿੰਦੇ ਨੇ, ਉਹ ਕਿਤੇ ਵੀ ਇੱਕ ਥਾਂ ਤੇ ਟਿਕ ਕੇ ਨਹੀਂ ਰਹਿੰਦੇ। ਤੇ ਜਿਹੜੀ ਔਰਤ ਉਹ ਕਹਿੰਦੀ ਆ ਸਵੈ ਜੀਵਨੀ ਵਿੱਚ ਆਪਣੀ ਮਰਜ਼ੀ ਦੇ ਨਾਲ ਸੁਤੰਤਰ ਹੋ ਕੇ ਤੇ ਸਵੈਮਾਨ ਨਾਲ ਜਿਉਣਾ ਚਾਹੁੰਦੀ ਆ, ਉਹਦੀ ਜ਼ਿੰਦਗੀ ਵੀ ਖਾਨਾ ਬਦੋਸ਼ਾਂ ਵਰਗੀ ਹੋ ਜਾਂਦੀ ਆ। ਖਾਨਾ ਬਦੋਸ਼ ਸੰਬੋਧਨੀ ਨਾਵਲ ਸ਼ੈਲੀ ਵਿੱਚ ਲਿਖੀ ਸਵੈ ਜੀਵਨੀ ਹੈ, ਵੈਰੀ ਇੰਪੋਰਟੈਂਟ। ਇਸ ਵਿੱਚ ਆਲੇ ਦੁਆਲੇ ਕਿਸੇ ਅਖੌਤੀ ਆਦਰਸ਼ ਲੁਕਾਓ ਛਿਪਾਓ ਜਾਂ ਕੱਜਣ ਨੂੰ ਕੋਈ ਥਾਂ ਨਹੀਂ ਦਿੱਤੀ ਗਈ। ਮਤਲਬ ਇਸ ਸਵੈ ਜੀਵਨੀ ਵਿੱਚ ਸਪਸ਼ਟਤਾ ਬਹੁਤ ਵਧੇਰੇ ਪੱਧਰ ਤੇ ਝਲਕਦੀ ਆ। ਤੇ ਦੋਸਤੋ ਮਿਹਰਬਾਨੋ ਇਹੀ ਹੈ ਬਈ ਆਦ ਉਸਦੇ ਸੰਬੋਧਨ ਹਰ ਥਾਂ ਆਪ ਨੂੰ ਮਤਲਬ ਪੜ੍ਹਨ ਵਾਲੇ ਪਾਠਕ ਨੂੰ ਹੁੰਗਾਰਾ ਭਰਨ ਲਈ ਮਜਬੂਰ ਕਰ ਦਿੰਦੇ ਹਨ। ਅਜੀਤ ਕੌਰ ਸਫਲ ਗਲਪਕਾਰ ਹੈ। ਗਲਪਕਾਰ ਜਿਹੜੇ ਨਾਵਲ ਤੇ ਕਹਾਣੀ ਲਿਖਣ ਵਾਲੇ ਹੁੰਦੇ ਆ ਉਹਨਾਂ ਨੂੰ ਕਹਿੰਦੇ ਆ।
ਅਜੀਤ ਕੌਰ ਸਫਲ ਗਲਪਕਾਰ ਹੈ, ਇਸ ਕਰਕੇ ਗਲਪ ਵਾਲੀ ਸਾਰੀ ਖਿੱਚ, ਵਿਸ਼ੇਸ਼ਤਾਵਾਂ ਤੇ ਗੁਣ ਭਰ ਕੇ ਉਹ ਇਸ ਸਵੈ ਜੀਵਨੀ ਨੂੰ ਬਹੁਤ ਕੁਝ ਇੱਕ ਨਾਵਲ ਹੀ ਤਰ੍ਹਾਂ ਬਣਾ ਦਿੰਦੀ ਹੈ। ਮਤਲਬ ਕਿ ਉਹ ਆਪਣੀ ਸਵੈ ਜੀਵਨੀ ਇਸ ਤਰ੍ਹਾਂ ਲਿਖਦੀ ਆ ਜਿਵੇਂ ਇੱਕ ਨਾਵਲ ਲਿਖਿਆ ਜਾ ਰਿਹਾ ਹੋਵੇ। ਉਹ ਆਪਣੀ ਸਵੈ ਜੀਵਨੀ ਦੇ ਵਿੱਚ ਉਹ ਸੱਚ ਤੱਥ ਸਭ ਕੁਝ ਭਰ ਦਿੰਦੀ ਆ ਜੋ ਇੱਕ ਸਵੈ ਜੀਵਨੀ ਦੇ ਵਿੱਚ ਹੋਣੇ ਚਾਹੀਦੇ ਨੇ। ਅਜੀਤ ਕੌਰ ਨੇ ਨਾਵਲਨੁਮਾ ਸਵੈ ਜੀਵਨੀ ਦੇ ਸੱਤ ਜਿਹੜੇ ਖੰਡ, ਜਾਂ ਇਹਨੂੰ ਤੁਸੀਂ ਚੈਪਟਰ ਕਹਿ ਲਓ, ਅਧਿਆਏ ਕਹਿ ਲਓ, ਜਾਂ ਕਾਂਡ ਕਹਿ ਸਕਦੇ ਆ, ਲਿਖੇ ਆ। ਉਹ 7 ਕਾਂਡ ਕਿਹੜੇ ਕਿਹੜੇ ਉਹਦੀ ਸਵੈ ਜੀਵਨੀ ਦੇ ਨੇ, ਨੋਟ ਕਰੋ। ਸਭ ਤੋਂ ਪਹਿਲਾ 101 ਕਾਂਡ ਦਾ ਨਾਂ ਆ। ਦੂਜਾ ਕਾਂਡ ਸਫੈਦ ਤੇ ਕਾਲੀ ਹਵਾ ਦੀ ਦਾਸਤਾਨ। ਤੀਜਾ ਚੈਪਟਰ ਖਾਨਾ ਬਦੋਸ਼। ਚੌਥਾ ਚੈਪਟਰ ਹਾਦਸਿਆਂ ਦਾ ਹਜੂਮ। ਪੰਜਵਾਂ ਚੈਪਟਰ ਘੋਗੇ ਤੇ ਸਮੁੰਦਰ। ਛੇਵਾਂ ਚੈਪਟਰ ਸਤਨੀਮ ਕਸ਼ਤੀਰ ਅਤੇ 7ਵਾਂ ਚੈਪਟਰ ਕਿੱਸਾ ਇੱਕ ਕਿਸਮਤ ਦਾ। ਇਹ 7 ਭਾਗਾਂ ਦੇ ਵਿੱਚ 7 ਚੈਪਟਰਾਂ ਦੇ ਵਿੱਚ ਜਾਂ ਅਧਿਆਇਆਂ ਦੇ ਵਿੱਚ ਅਜੀਤ ਕੌਰ ਨੇ ਆਪਣੀ ਸਵੈ ਜੀਵਨੀ ਰਚੀ ਆ। ਇਹ 7 ਕਾਂਡ ਆਪਣੇ ਆਪ ਵਿੱਚ ਪੂਰੇ ਵੀ ਹਨ ਅਤੇ ਇੱਕ ਵਡੇਰੇ ਨਾਵਲ ਦੇ ਕਾਂਡ ਵੀ ਬਣਦੇ ਜਾਪਦੇ ਹਨ। ਅਜੀਤ ਕੌਰ ਦੇ ਵਰਣਨ ਵਿੱਚ ਜਗਿਆਸਾ, ਖਿੱਚ, ਪ੍ਰਭਾਵ, ਉਤਪਾਦਕਤਾ, ਅਰਥ ਸੰਚਾਰ ਕਰ ਸਕਣ ਦੀ ਸਮਰੱਥਾ, ਭਾਵਾਂ ਤੇ ਵਿਚਾਰਾਂ ਦਾ ਸਮਤੋਲ ਤੇ ਇਨਸਾਨੀ ਕਦਰਾਂ ਕੀਮਤਾਂ ਦੀ ਪਛਾਣ ਝਲਕਦੀ ਹੈ। ਇਨਸਾਨੀ ਦੁੱਖ ਸੁੱਖ, ਹਾਸੇ ਰੋਣੇ ਤੇ ਫੁੱਲ ਕੰਢੇ ਦੱਸਣ ਵਾਲੇ ਹਰ ਪ੍ਰਕਾਰ ਦੇ ਜਜ਼ਬੇ ਉਸ ਦੀ ਸਵੈ ਜੀਵਨੀ ਦੇ ਵਿੱਚ ਮੌਜੂਦ ਆ। ਕਈ ਵਾਰੀ ਤਾਂ ਅਜੀਤ ਕੌਰ ਬਹਿਕ ਜਾਂਦੀ ਹੈ, ਪਰ ਮੈਂ ਬਹਿਕ ਨਹੀਂ ਰਹੀ, ਇਹ ਉਹਨੇ ਲਿਖਿਆ ਆ ਅਜੀਤ ਕੌਰ ਨੇ ਆਪਣੀ ਸਵੈ ਜੀਵਨੀ ਵਿੱਚ। ਮੈਂ ਬਹਿਕ ਨਹੀਂ ਰਹੀ, ਮੈਂ ਮੁੜ ਬਹਿਕ ਰਹੀ ਹਾਂ ਆਦਿ ਜਿਹੜੇ ਨੁਕਤੇ ਆ ਉਹ ਦੱਸਦੇ ਆ ਕਿ ਇਹਨਾਂ ਵਾਕਾਂ ਦੇ ਰਾਹੀਂ ਅਜੀਤ ਕੌਰ ਆਪਣੇ ਬੇਮੁਹਾਰ ਕੁਰਲਾਹਟ ਪਾਉਂਦੇ ਤੇ ਅੱਗ ਦੇ ਜਜ਼ਬਿਆਂ ਨੂੰ ਪੇਸ਼ ਕਰਦੀ ਆ ਅਤੇ ਕੋਈ ਸਾਰਥਕ ਮੋੜ ਦੇ ਕੇ ਉਹਨਾਂ ਦਾ ਸਧਾਰਨੀਕਰਨ ਵੀ ਕਰ ਲੈਂਦੀ ਆ। ਬਹੁਤ ਅਹਿਮ ਇਹ ਨੁਕਤਾ ਆ, ਕਿਉਂਕਿ ਆਪਣੀ ਗੱਲ ਨੂੰ ਬੜੇ ਢੁਕਵੇਂ ਢੰਗ ਦੇ ਨਾਲ ਅਜੀਤ ਕੌਰ ਕਹਿ ਦਿੰਦੀ ਆ। ਕੂੜ ਕਬਾੜਾ ਨਾਂ ਥੱਲੇ ਅਜੀਤ ਕੌਰ ਆਪਣੀ ਸਵੈ ਜੀਵਨੀ ਦੇ ਅੰਸ਼ ਨਿਰੰਤਰ ਲਿਖਦੀ ਰਹੀ ਆ। ਸਾਵੀਆਂ ਚਿੜੀਆਂ ਦੇ ਕੁਝ ਬਿਰਤਾਂਤ, ਜਿਵੇਂ ਕਾਲੀ ਹਵਾ ਦੀ ਦਾਸਤਾਨ, ਫਾਲਤੂ ਔਰਤ, ਮੇਰਾ ਕਮਰਾ, ਮਨ ਤੇ ਮੈਂ, ਖਾਨਾ ਬਦੋਸ਼ ਅਤੇ 101 ਅਜੀਤ ਕੌਰ ਦੇ ਕੌੜੇ ਮਿੱਠੇ, ਠੰਡੇ ਤੱਤੇ, ਚਾਹੇ ਅਣਚਾਹੇ, ਸੋਹਜ ਤੇ ਕੋਹਜ ਵਿੱਚ ਲਪੇਟੇ ਤੀਖਣ ਪ੍ਰਤੀਕਰਮ ਜਗਾਉਣ ਵਾਲੇ ਅਨੁਭਵਾਂ ਦੇ ਕਲਾਤਮਕ ਚਿੱਤਰ ਆ ਜੋ ਸਾਵੀਆਂ ਚਿੜੀਆਂ ਦੇ ਬਿਰਤਾਂਤ ਹੇਠ ਉਹਦੇ ਸਿਰਜੇ ਗਏ ਆ। ਤੇ ਅਜੀਤ ਕੌਰ ਦਾ ਸੁਰ ਕਈ ਥਾਵਾਂ ਤੇ ਬੜਾ ਉੱਚਾ ਤੇ ਉਸਦਾ ਸਵੈ ਮਾਨ ਸਾਹਸਵਾਨ ਮਤਲਬ ਨਿਡਰ ਬੇਬਾਕ ਦਿਸਦਾ ਆ, ਨੇਤਰ ਗੋਚਰੇ ਹੁੰਦਾ ਆ ਜਾਂ ਨਜ਼ਰ ਆਉਂਦਾ ਆ। ਕਿਤੇ ਕਿਤੇ ਇਸ ਦੇ ਉਲਾਰ ਪੱਖਾਂ ਨੂੰ ਵੀ ਦੇਖਿਆ ਜਾ ਸਕਦਾ ਆ। ਕਿਤੇ ਕਿਤੇ ਉਹ ਇੱਕ ਆਪਣੇ ਆਪ ਵਿੱਚ ਘਬਰਾਈ ਹੋਈ ਬਹਿਕ ਜਾਂਦੀ ਵੀ ਨਜ਼ਰ ਆਉਂਦੀ ਆ। ਤੇ ਅਜੀਤ ਕੌਰ 101 ਵਰਗੀ ਅਤ ਦੀ ਕਰੁਣਾਮਈ ਵਾਤਸਲ ਹੁੰਦਾ ਪਿਆਰ, ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਜਦੋਂ ਖਿੱਚ ਹੁੰਦੀ ਆ, ਪਿਆਰ ਹੁੰਦਾ, ਤਾਂ ਉਸ ਵਾਤਸਲੀ ਮਮਤਾ ਨਾਲ ਭਰਪੂਰ ਉਸਦੀ ਇਹ ਅਮਰ ਸ਼ਾਹਕਾਰ ਸਿਰਜਣਾ ਹੈ। ਠੀਕ ਹੈ ਜੀ। 101 ਜਿਹੜੀ ਆ ਉਹ ਭਾਗ ਜਿਹੜਾ ਉਹ ਅਧਿਆਇ ਜਿਹੜਾ ਆ ਉਹ ਸਭ ਤੋਂ ਅਹਿਮ ਇਸ ਸਵੈ ਜੀਵਨੀ ਦੇ ਵਿੱਚ ਮੰਨਿਆ ਜਾਂਦਾ ਆ। ਅਜੀਤ ਕੌਰ ਨੂੰ ਸਵੈ ਜੀਵਨੀ ਖਾਨਾ ਬਦੋਸ਼ ਲਈ 1985 1985 ਠੀਕ ਹੈ ਜੀ 1985 ਈਸਵੀ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਵੈਰੀ ਇੰਪੋਰਟੈਂਟ, ਇਹ ਨੋਟ ਕਰ ਲਵੋ। ਮੈਂ ਤੁਹਾਨੂੰ ਦੱਸਿਆ ਸੀ ਕਿ 2 ਸਵੈ ਜੀਵਨੀਆਂ ਇਹੋ ਜਿਹੀਆਂ ਆ ਪੰਜਾਬੀ ਸਾਹਿਤ ਦੇ ਵਿੱਚ ਜਿਨ੍ਹਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਇੱਕ ਤਾਂ ਗਲੀਏ ਚਿੱਕੜ ਦੂਰ ਕਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਦੀ, ਦੂਜੀ ਅਜੀਤ ਕੌਰ ਦੀ ਸਵੈ ਜੀਵਨੀ ਖਾਨਾ ਬਦੋਸ਼। ਇਹਨਾਂ ਦੋਹਾਂ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਠੀਕ ਹੈ ਜੀ। ਤੇ ਡਾਕਟਰ ਵਨੀਤਾ ਦੇ ਅਨੁਸਾਰ ਅਧਿਆਏ 101 ਜਿਸ ਵਿੱਚ ਕੈਂਡੀ ਦੇ
मौत के दुखांत ਨੂੰ बहुत ही करुणामयी ढंग ਨਾਲ पेश किया गया है। डॉक्टर वनीता खाना बदोश की विधि प्रतीकात्मक मानती है। ठीक है जी। हुण तुसीं कहोगे कि हवाला दसो कित्थे लिखिया होया आ, तां हवाला नोट करो जी। रैफरेंस पंजाबी स्वै जीवनियां साहित्यक मुलांकन, ये पुस्तक का नाम आ। संपादक का नाम भी नोट करो, बलवीर माधपुरी, ये संपादक वा। उस किताब दे विच डॉक्टर वनीता दे जो लेख लिखिया आ उहदे विच वो कहंदी आ कि खाना बदोश की विधि प्रतीकात्मक है। ठीक है जी। ये बहुत अहम गल सी, नुकता सी, नोट कर लिया तुसीं। हुण आपां अगे वधदे हां। अस्तित्ववादी आलोचना के पन्ना नंबर, अस्तित्ववादी आलोचना किताब का नाम है। अस्तित्ववादी आलोचना के पन्ना नंबर 149 ते धर्मचंद वातिश लिखते हैं कि खाना बदोश अजीत कौर की स्वै जीवनी है जो पहली बार 1982 ईस्वी विच प्रकाशित हुई है। इस तो पहला अमृता प्रीतम 1976 ईस्वी विच रसीदी टिकट स्वै जीवनी लिख चुकी सी। इंज ही 1980 ईस्वी विच दलीप कौर टिवाणा ने अपनी स्वै जीवनी नंगे पैरां दा सफर दास्तां पेश की सी। खाना बदोश पंजाबी साहित्य विच किसी औरत द्वारा लिखी गई तीसरी स्वै जीवनी है। वेरी 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 इंपॉर्टेंट। ठीक है जी। खाना बदोश किसी औरत साहित्यकारा वालों लिखी हुई पंजाबी साहित्य विच तीजी स्वै जीवनी है। चलो नोट कर लिया होना तुसीं। अजीत कौर के बचपन का अध्ययन करदियां पता चलता है कि उसका जन्म अते पालन पोषण मनाही, जिन्हों आपां टैबू कहने आ, भरे समाज विच होया। उदाहरण के लिए, क्योंकि हवाले तो बिना आपां गल नहीं करते, उदाहरण नोट करो। वो अपनी किताब स्वै जीवनी विच लिखदी आ, कुड़ियां नहीं चिक्कां तो बाहर झाकदियां। खाना बदोश स्वै जीवनी दे विचों पन्ना नंबर 71 के उत्ते ये तुक दर्ज आ। खाना बदोश नवयुग पब्लिकेशनस नवी दिल्ली ने ये किताब छापी हुई आ। ते एक होर तुक देखो, कोठे ते जाके नहीं खेडना, पन्ना नंबर 75 के उपर ये चीज़ ये तुक जिहड़ी दर्ज आ। इस तरह ही पन्ना नंबर 76 के उपर एक तुक होर वेखो, उतला कोठा मेरे लिए वर्जित सी। पेज नंबर 82 के उपर वो लिखदी आ, कुड़ियां नहीं खांदियां परौठे। पेज नंबर 85 के उपर भी लिखदी आ, मेरा घर ये तुर उतला कोठा ही सी। अगला छज्जा सड़क वल जिहदे वल चिक्कां लटकदियां रहिंदियां सन, मतलब कि उहनूं बाहर देखण दी मनाही सी। पेज नंबर 86 के उपर लिखदी आ, दूजियां दे घरां वल इस तरह नहीं वेखीदा ताड़ ताड़ के। हुण इत्थे भी उहदी मनाही हो गई। ते पेज नंबर 94 के उपर लिखदी आ, इस तरह नहीं मेलियां विच गानियां गल पाई दियां, घर जाके पावी। पेज नंबर 95 के उपर अजीत कौर लिखदी आ, कुड़ी वड्डी हो गई है, मेलियां विच लिजाण दा की काम। इत्थे भी उसकी मनाही भरी जिंदगी की सानू दास्तां सामने पेश हुंदी मिलदी आ। ठीक है जी। हवालियां सहित गल हो रही है, रैलेवेंट गल हो रही है तुहाडे लई। जिथे तुसीं 10-15 दिन ला के अध्ययन करना है, उत्थे हुण थोड़े समय दे विच तुसीं किन्ना कुछ एकत्र कर रहे हो। चढ़दी कला विच रहो। ते आओ आपां अज दा चौथा स्वै जीवनीकार पढ़दे हां, महेंद्र सिंह रंधावा। महेंद्र सिंह रंधावा की स्वै जीवनी आप बीती 1983 ईस्वी विच प्रकाशित हुई सी। स्वै जीवनी के पहले 7 कांड महेंद्र सिंह रंधावा जी के परिवार वड्डी भैन हरबंस कौर जी के लिखे हुए दसे जाते हैं। ठीक है जी। तो अगले कांड रंधावा साहिब ने आप लिखे सन, पर अंतला कांड महेंद्र सिंह रंधावा जी की सुपत्नी वाइफ इकबाल कौर का लिखा हुआ है। इस तरह ही स्वै जीवनी का वधेरे भाग 1947 की भारत पाक वंड तो बाद के भारतीय समकाली जीवन नूं विशाल चित्रपट ते चित्रदा है, या कह लो कि पेश करता है। स्वै जीवनी के पहले भाग विच लेखक ने अपनी भैन के कुछ प्रतिकर्मां
ਅਤੇ ਯਾਦਾਂ ਦੁਆਰਾ ਆਪਣੇ ਬਚਪਨ ਦੀ ਕਹਾਣੀ ਨੂੰ ਬਿਆਨ ਕੀਤਾ ਹੈ। ਵੈਰੀ 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 ਇੰਪੋਰਟੈਂਟ। ਆਪਣੀ ਪੜ੍ਹਾਈ ਤੇ ਭਾਰਤੀ ਸੇਵਾ ਵਿੱਚ ਪ੍ਰਾਪਤ ਕੀਤੀ ਗਈ ਸਫਲਤਾ ਲਈ ਕਈ ਜਿਹੜੀ ਉਹਨੇ ਆਪਣੀ ਪੜ੍ਹਾਈ ਤੇ ਭਾਰਤੀ ਸੇਵਾ ਵਿੱਚ ਪ੍ਰਾਪਤ ਕੀਤੀ ਗਈ ਸਫਲਤਾ ਲਈ ਜੋ ਕੀਤੀ ਹੋਈ ਘਾਲਣਾ ਆ ਉਹਦਾ ਉਲੇਖ ਕੀਤਾ ਆ। ਠੀਕ ਹੈ ਜੀ, ਇਹ ਉਲੇਖ ਹੀ ਉਸਦੀ ਸਵੈ ਜੀਵਨੀ ਦੀ ਖਾਸੀਅਤ ਆ। ਲੇਖਕ ਤੇ ਕਾਲਮ ਨਵੀਸ ਖੁਸ਼ਵੰਤ ਸਿੰਘ ਬੜਾ ਵੱਡਾ ਨਾਂ ਆ ਸਾਹਿਤ ਦੇ ਵਿੱਚ। ਖੁਸ਼ਵੰਤ ਸਿੰਘ ਜੀ ਲਿਖਦੇ ਆ, ਕਥਨ ਉਹਨਾਂ ਦਾ ਮੈਂ ਹੂਬਹੂ ਪੜ੍ਹਨ ਲੱਗਾ, ਨੋਟ ਕਰਿਓ। ਪੰਜਾਬ ਜਿੰਨਾ ਡਾਕਟਰ ਮਹਿੰਦਰ ਸਿੰਘ ਰੰਧਾਵਾ ਦਾ, ਜਾਂ ਕਹਿ ਲਓ ਕਿ ਇਸ ਬੰਦੇ ਦਾ, ਪੰਜਾਬ ਜਿੰਨਾ ਇਸ ਬੰਦੇ ਦਾ ਰਿਣੀ ਹੈ ਉਹਨਾਂ ਕਿਸੇ ਹੋਰ ਪੰਜਾਬੀ ਦਾ ਨਹੀਂ। ਕਿਸੇ ਵੀ ਹੋਰ ਸਮਕਾਲੀ ਭਾਰਤੀ ਨਾਲੋਂ ਰੰਧਾਵੇ ਨੇ ਆਪਣੇ ਦੇਸ਼ ਦੇ ਸੱਭਿਆਚਾਰਕ ਪੱਖਾਂ ਨੂੰ ਰੁਸ਼ਨਾਉਣ ਦਾ ਵਧੇਰੇ ਉਦਮ ਕੀਤਾ। ਇਹ ਕਥਨ ਖੁਸ਼ਵੰਤ ਸਿੰਘ ਦਾ ਆ। ਅੱਗੇ ਪੜ੍ਹੋ, ਅੱਗੇ ਸੁਣੋ, ਅੱਗੇ ਨੋਟ ਕਰੋ ਕਿ ਕਰਤਾਰ ਸਿੰਘ ਦੁੱਗਲ ਨੇ ਡਾਕਟਰ ਰੰਧਾਵਾ ਨੂੰ ਪੰਜਾਬ ਦਾ 6ਵਾਂ ਦਰਿਆ ਕਿਹਾ। ਵੈਰੀ ਇੰਪੋਰਟੈਂਟ। ਕਰਤਾਰ ਸਿੰਘ ਦੁੱਗਲ ਵੱਡਾ ਕਹਾਣੀਕਾਰ, ਉਹਨੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੇ ਬਾਰੇ ਕਿਹਾ ਕਿ ਇਹ ਪੰਜਾਬ ਦਾ 6ਵਾਂ ਦਰਿਆ ਆ। ਤੇ ਬਲਵੰਤ ਗਾਰਗੀ ਨੇ ਪੰਜਾਬੀ ਕਲਚਰ ਦਾ ਸ਼ਾਹਜਹਾਨ ਕਿਹਾ ਤੇ ਸ਼ਾਹਜਹਾਨ ਡਾਕਟਰ ਰੰਧਾਵਾ ਨੂੰ ਕਹਿ ਕੇ ਉਹਦੀ ਵਡਿਆਈ ਕੀਤੀ। ਵੈਰੀ ਇੰਪੋਰਟੈਂਟ। ਨਾਵਲਕਾਰ ਆ ਡਾਕਟਰ ਦਲੀਪ ਕੌਰ ਟਿਵਾਣਾ ਨੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੂੰ ਦੁਆਬੇ ਦਾ ਤੂਫਾਨੀ ਚੋਅ ਦੀ ਉਪਮਾ ਦਿੰਦਿਆਂ ਲਿਖਿਆ। ਉਹ ਦਲੀਪ ਕੌਰ ਟਿਵਾਣਾ ਕਹਿੰਦੀ ਕਿ ਦੁਆਬੇ ਦਾ ਤੂਫਾਨੀ ਚੋਅ ਆ, ਜਿੱਥੇ ਤਰ੍ਹਾਂ ਦੇ ਵਗਦੇ ਨੇ ਚੋਅ ਨੀ ਉੱਥੇ ਮੇਰਾ ਯਾਰ ਵਸਦਾ। ਇਹ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ ਸੀ। ਤੇ ਦਲੀਪ ਕੌਰ ਟਿਵਾਣਾ ਕਹਿੰਦੀ, ਮੈਂ ਹੁਸ਼ਿਆਰਪੁਰ ਦੇ ਚੋਆਂ ਬਾਰੇ ਸੁਣਿਆ ਹੋਇਆ ਸੀ, ਪਰ ਇਹਨਾਂ ਚੋਆਂ ਦੀ ਰਫ਼ਤਾਰ ਦਾ ਗਿਆਨ ਮੈਨੂੰ ਡਾਕਟਰ ਰੰਧਾਵਾ ਨੂੰ ਜਾਣਨ ਉਪਰੰਤ ਹੀ ਹੋਇਆ। ਇਸ ਕਰਕੇ ਉਹਨੇ ਦੁਆਬੇ ਦੀ ਤੂਫਾਨੀ ਚੋਅ ਦਾ ਜਿਹੜੀ ਉਪਮਾ ਆ ਉਹ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੇ ਵਾਸਤੇ ਵਰਤੀ ਆ ਡਾਕਟਰ ਦਲੀਪ ਕੌਰ ਟਿਵਾਣਾ ਜੀ ਨੇ। ਸਵੈ ਜੀਵਨੀ ਆਪ ਬੀਤੀ ਵਿੱਚ ਡਾਕਟਰ ਮਹਿੰਦਰ ਸਿੰਘ ਰੰਧਾਵਾ ਦਾ ਕਥਨ ਜੋ ਆ ਉਹ ਕਥਨ ਮੈਂ ਤੁਹਾਨੂੰ ਹੂਬਹੂ ਪੜ੍ਹ ਕੇ ਸੁਣਾਉਣ ਲੱਗਾ। ਬਹੁਤ ਇੰਪੋਰਟੈਂਟ ਆ, ਤੁਸੀਂ ਨੋਟ ਕਰਿਓ। ਹਿੰਦੁਸਤਾਨ ਪਿੰਡਾਂ ਵਿੱਚ ਵਸਦਾ ਹੈ ਤੇ ਜਿਸ ਵਿੱਚ ਦੇਸ਼ ਸੇਵਾ ਦਾ ਜਜ਼ਬਾ ਹੋਵੇ ਉਸ ਲਈ ਗ੍ਰਾਮ ਸੁਧਾਰ ਤੋਂ ਅੱਛਾ ਕਿਹੜਾ ਕੰਮ ਹੋ ਸਕਦਾ ਹੈ। ਇਹ ਕਥਨ ਸਵੈ ਜੀਵਨੀ ਆਪ ਬੀਤੀ ਵਿੱਚ ਮਹਿੰਦਰ ਸਿੰਘ ਰੰਧਾਵਾ ਦਾ ਲਿਖਿਆ ਹੋਇਆ ਆ। ਵੰਡ ਦੇ ਦੁਖਦ ਵਰਤਾਰੇ ਬਾਰੇ ਡਾਕਟਰ ਰੰਧਾਵਾ ਦਾ ਕਥਨ ਆਪਣੀ ਸਵੈ ਜੀਵਨੀ ਵਿੱਚ ਉਹ ਲਿਖਦੇ ਆ, ਮੇਰੀ ਪੰਜਾਬੀ ਸ਼ਰਨਾਰਥੀਆਂ ਨਾਲ ਅਥਾਹ ਹਮਦਰਦੀ ਸੀ ਕਿਉਂਕਿ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਵੰਡ ਦੇ ਫੈਸਲੇ 'ਚ ਮੇਰਾ ਵੀ ਹਿੱਸਾ ਹੈ ਤੇ ਇਹ ਮੇਰੀ ਇਖਲਾਕੀ ਹੁੰਦਾ ਆ ਆਪਣੇ ਕਿਰਦਾਰ ਦੀ, ਆਪਣੇ ਕਰੈਕਟਰ ਦੀ, ਜਾਂ ਕਹਿ ਲਓ ਕਿ ਆਪਣਾ ਧਰਮ ਮੰਨਦੇ ਸੀ। ਇਹ ਮੇਰੀ ਇਖਲਾਕੀ ਜ਼ਿੰਮੇਵਾਰੀ ਹੈ ਕਿ ਜੋ ਲੋਕ ਇਸ ਵੰਡ ਦੇ ਫੈਸਲੇ ਕਰਕੇ ਉੱਜੜ ਪੁੱਜੜ ਕੇ ਪਾਕਿਸਤਾਨੋਂ ਆਏ ਹਨ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਪੰਜਾਬੀ ਸ਼ਰਨਾਰਥੀਆਂ ਨੂੰ ਮੁੜ ਵਸਾਉਣ ਦੇ ਤਜਰਬਿਆਂ ਅਤੇ ਅਹਿਸਾਸਾਂ ਤੇ ਆਧਾਰਿਤ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਅਕਤੂਬਰ 1954 ਈਸਵੀ ਵਿੱਚ ਆਊਟ ਆਫ ਦੀ ਐਸਜ਼ ਪੁਸਤਕ ਵੀ ਲਿਖੀ ਸੀ। ਤੇ ਡਾਕਟਰ ਸਰਦਾਰਾ ਸਿੰਘ ਜੌਹਲ ਦੇ ਅਨੁਸਾਰ ਪੰਜਾਬ ਦਾ ਇਹ ਸਪੂਤ ਡਾਕਟਰ ਮਹਿੰਦਰ ਸਿੰਘ ਰੰਧਾਵਾ ਸਾਰੀ ਉਮਰ ਪੰਜਾਬ ਦੀ ਮਿੱਟੀ ਅਤੇ ਪਾਣੀ ਦਾ ਦੇਣਾ ਦਿੰਦਾ ਰਿਹਾ। ਇਹ ਕਥਨ ਸੱਸਾ ਜੌਹਲ ਹੋਣਾ ਦੇ ਨੇ, ਸਰਦਾਰਾ ਸਿੰਘ ਜੌਹਲ ਹੋਣਾ ਦੇ ਕਥਨ ਆ ਮਹਿੰਦਰ ਸਿੰਘ ਰੰਧਾਵਾ ਜੀ ਬਾਰੇ। ਠੀਕ ਹੈ ਜੀ। ਤੇ ਪੰਜਾਬ ਦਾ ਕੋਹੇ ਨੂਰ ਮਹਿੰਦਰ ਸਿੰਘ ਰੰਧਾਵਾ ਆਰਟੀਕਲ ਪ੍ਰਿੰਸੀਪਲ ਸਰਵਣ ਸਿੰਘ ਨੇ ਲਿਖਿਆ ਸੀ। ਇਹ ਬਹੁਤ ਇੰਪੋਰਟੈਂਟ ਆ ਕਿਉਂਕਿ ਪ੍ਰਿੰਸੀਪਲ ਸਰਵਣ ਸਿੰਘ ਬਹੁਤ ਵੱਡਾ ਵਾਰਤਕਕਾਰ ਆ। ਉਹਨਾਂ ਨੇ ਪੰਜਾਬ ਦਾ ਕੋਹੇ ਨੂਰ ਕਿਹਾ ਆ ਮਹਿੰਦਰ ਸਿੰਘ ਰੰਧਾਵਾ ਨੂੰ। ਆਪ ਬੀਤੀ ਦੇ ਮੁੱਖ ਬੰਦ ਵਿੱਚ ਡਾਕਟਰ ਮਹਿੰਦਰ ਸਿੰਘ ਰੰਧਾਵਾ ਦਾ ਕਥਨ ਬਹੁਤ ਅਹਿਮ ਆ, ਉਹ ਵੀ ਤੁਸੀਂ ਨੋਟ ਕਰ ਲਵੋ। ਪੰਜਾਬੀ ਲੋਕਾਂ ਵਿੱਚ ਇਹ ਅਨੁਭਵ ਸੀ ਕਿ ਮੈਂ ਪੰਜਾਬ ਦੀ ਉન્નਤੀ ਵਿੱਚ ਬੜਾ ਹਿੱਸਾ ਪਾਇਆ ਹੈ। ਪੰਜਾਬ ਦੇ ਉਜੜਨ ਤੇ ਸ਼ਰਨਾਰਥੀਆਂ ਨੂੰ ਵਸਾਇਆ, ਜ਼ਮੀਨਾਂ ਵੰਡੀਆਂ, ਟਿਊਬਵੈੱਲਾਂ ਦਾ ਰਿਵਾਜ ਪਾਇਆ, ਖਿਲਰੀਆਂ ਪੁਲਰੀਆਂ ਜ਼ਮੀਨਾਂ ਦੀ ਚੱਕਬੰਦੀ ਕੀਤੀ, ਪਿੰਡਾਂ ਨੂੰ ਪੱਕੀਆਂ ਸੜਕਾਂ ਨਾਲ ਜੋੜਿਆ, ਨਵੇਂ ਢੰਗ ਦੀ ਖੇਤੀ ਦਾ ਰਿਵਾਜ ਪਾਇਆ
ਤੇ ਲੋਕਾਂ ਦੇ ਜੀਵਨ ਵਿੱਚ ਪਲਟਾ ਲਿਆਂਦਾ। ਚੰਡੀਗੜ੍ਹ ਨੂੰ ਫੁੱਲਦਾਰ ਬੂਟਿਆਂ ਨਾਲ ਸਜਾਇਆ, ਮਿਊਜ਼ੀਅਮ ਬਣਾਏ ਤੇ ਡਾਕਟਰਾਂ, ਸਾਇੰਸਦਾਨਾਂ, ਲਿਖਾਰੀਆਂ ਤੇ ਚਿੱਤਰਕਾਰਾਂ ਨੂੰ ਸਸਤੇ ਪਲਾਟ ਦਿੱਤੇ ਅਤੇ ਨਵੇਂ ਸ਼ਹਿਰ ਨੂੰ ਵਸਾਇਆ। ਸਭ ਤੋਂ ਉੱਤਮ ਕੰਮ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ ਨੂੰ ਉਸਾਰਨਾ ਸੀ ਤੇ ਇਸ ਨੂੰ ਪੰਜਾਬ ਦੇ ਪਿੰਡਾਂ ਦੀ ਉਸਾਰੀ ਦਾ ਸੋਮਾ ਬਣਾਇਆ। ਇਹ ਕਥਨ ਆਪ ਬੀਤੀ ਦੇ ਮੁੱਖ ਬੰਦ ਦੇ ਵਿੱਚ ਡਾਕਟਰ ਮਹਿੰਦਰ ਸਿੰਘ ਰੰਧਾਵਾ ਦਾ ਆ। ਉਹਨਾਂ ਨੇ ਜੋ ਕੀਤਾ ਸੰਖੇਪ ਦੇ ਵਿੱਚ ਤੁਹਾਨੂੰ ਇਹ ਸਾਰਾ ਕੁਝ ਉਹਨਾਂ ਨੇ ਇੱਕੋ ਕਥਨ ਦੇ ਵਿੱਚ ਸਮਝਾ ਦਿੱਤਾ ਤੇ ਬਹੁਤ ਅਹਿਮ ਆ। ਇਹ ਨੋਟ ਕਰ ਲਵੋ, ਜਿਹੜੇ ਕੰਮ ਉਹਨਾਂ ਨੇ ਕੀਤੇ ਆ ਬੜੇ ਵੱਡੇ ਕੰਮ ਸੀ ਤੇ ਇਹ ਕੰਮ ਜਿਹੜੇ ਨੇ ਇਹ ਪੇਪਰ ਵਿੱਚ ਪੁੱਛੇ ਜਾ ਸਕਦੇ ਆ। ਤੇ ਮੁੱਖ ਬੰਦ ਦੇ ਅਖੀਰ ਦੇ ਵਿੱਚ ਡਾਕਟਰ ਰੰਧਾਵਾ ਦੇ ਜੋ ਵਿਚਾਰ ਆਏ ਨੇ ਉਹ ਵੀ ਬਹੁਤ ਇੰਪੋਰਟੈਂਟ ਆ, ਉਹ ਵੀ ਨੋਟ ਕਰਿਓ ਕਿਉਂਕਿ ਤੁਹਾਨੂੰ ਮੈਂ ਇੱਕ ਪ੍ਰਸ਼ਨ ਪੁੱਛਿਆ ਸੀਗਾ, ਉਹਦਾ ਜਵਾਬ ਇਹਦੇ ਵਿੱਚ ਆ, ਕਰਿਓ ਨੋਟ। ਮੈਂ ਹੂ ਪੜ੍ਹਨ ਲੱਗਾ। ਜਦ ਲੋਕ ਇੱਕ ਕਾਮਯਾਬ ਵਿਅਕਤੀ ਵੱਲ ਵੇਖਦੇ ਹਨ ਤਾਂ ਸਮਝਦੇ ਹਨ ਕਿ ਇਸ ਦਾ ਜੀਵਨ ਬੜਾ ਸੁਖੀ ਰਿਹਾ ਹੋਵੇਗਾ ਤੇ ਇਸ ਨੇ ਕੋਈ ਵੀ ਤਕਲੀਫ ਨਹੀਂ ਵੇਖੀ ਹੋਣੀ। ਉਹ ਇਹ ਨਹੀਂ ਸਮਝਦੇ ਕਿ ਕਾਮਯਾਬੀ ਕਿੰਨੀਆਂ ਮੁਸੀਬਤਾਂ ਨਾਲ ਸਾਹਮਣਾ ਕਰਕੇ ਹਾਸਲ ਹੁੰਦੀ ਹੈ। ਮੈਂ ਤਾਂ ਵੇਖਿਆ ਹੈ ਕਿ ਇਨਸਾਨ ਬਣਦਾ ਹੀ ਮੁਸੀਬਤਾਂ ਦਾ ਮੁਕਾਬਲਾ ਕਰਕੇ ਹੈ। ਜਿਵੇਂ ਲੋਹਾ ਅੱਗ ਦੇ ਸੇਕ ਨਾਲ ਬਣਦਾ ਹੈ, ਇਵੇਂ ਹੀ ਇਨਸਾਨੀ ਜ਼ਿੰਦਗੀ ਬੜਾ ਭਾਰੀ ਘੋਲ ਹੈ ਤੇ ਔਕੜਾਂ ਦਾ ਸਾਹਮਣਾ ਕਰਕੇ ਹੀ ਆਦਮੀ ਬਣਦਾ ਹੈ। ਮੈਂ ਖਿਆਲ ਕਰਦਾ ਹਾਂ ਕਿ ਅੱਜ ਕੱਲ੍ਹ ਦੇ ਵਿਦਿਆਰਥੀ ਮੇਰੀਆਂ ਔਕੜਾਂ ਤੇ ਮੁਸ਼ਕਲਾਂ ਦਾ ਵਰਣਨ ਪੜ੍ਹ ਕੇ ਉਤਸ਼ਾਹਿਤ ਹੋਣਗੇ ਤੇ ਆਪਣੇ ਜੀਵਨ ਦੇ ਘੋਲ ਵਿੱਚ ਕਾਮਯਾਬ ਹੋਣਗੇ। ਇਹ ਕਥਨ ਆਪ ਬੀਤੀ ਪੁਸਤਕ ਦੇ ਵਿੱਚ ਮੁੱਖ ਬੰਦ ਦੇ ਆਖਰ ਦੇ ਉੱਪਰ ਡਾਕਟਰ ਰੰਧਾਵਾ ਦਾ ਆ। ਨੋਟ ਕਰ ਲਿਆ ਜੀ। ਮੈਨੂੰ ਲੱਗਦਾ ਹੈ ਕਿ ਤੁਹਾਡੇ ਬਹੁਤ ਸਾਰੇ ਪ੍ਰਸ਼ਨਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ ਜੋ ਮੈਂ ਸ਼ੁਰੂ ਵਿੱਚ ਪੁੱਛੇ ਸੀ। ਅੱਗੇ ਤੁਰਦੇ ਹਾਂ। ਸਾਡੇ ਕੋਲ ਅਗਲੇ ਸਵੈ ਜੀਵਨੀਕਾਰ ਨੇ ਪ੍ਰੋਫੈਸਰ ਸਾਹਿਬ ਸਿੰਘ। ਪ੍ਰੋਫੈਸਰ ਸਾਹਿਬ ਸਿੰਘ ਦੀ ਸਵੈ ਜੀਵਨੀ ਮੇਰੀ ਜੀਵਨ ਕਹਾਣੀ 1977 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਈ ਸੀ। ਸਵੈ ਜੀਵਨੀ ਵਿੱਚ ਸਾਹਿਬ ਸਿੰਘ ਦੇ ਧਾਰਮਿਕ ਅਕੀਦਿਆਂ ਦਾ ਵਿਵਰਣ ਸਾਨੂੰ ਮਿਲਦਾ ਆ। ਕੁਝ ਸਮਕਾਲੀ ਮਹਾਨ ਸਾਹਿਤਕ ਅਤੇ ਸਿਆਸੀ ਸ਼ਖਸੀਅਤਾਂ ਬਾਰੇ ਵੀ ਜਾਣਕਾਰੀ ਸਾਨੂੰ ਇੱਥੋਂ ਮਿਲਦੀ ਆ। ਸਵੈ ਜੀਵਨੀ ਵਿੱਚ ਗੁਰਬਾਣੀ ਵਿਆਕਰਨ ਦੀ ਤਿਆਰੀ ਬਾਰੇ ਵੀ ਵਾਕਫੀਅਤ ਦਿੱਤੀ ਗਈ ਸਾਨੂੰ ਮਿਲਦੀ ਆ ਤੇ ਸਵੈ ਜੀਵਨੀ ਵਿੱਚ ਲੇਖਕ ਦੇ ਜਨਮ, ਪਰਿਵਾਰ, ਘਰੇਲੂ ਜੀਵਨ, ਸਿੱਖਿਆ, ਦੀਖਿਆ, ਸੰਤਾਨ ਤੇ ਸਾਹਿਤਕ ਪ੍ਰਾਪਤੀਆਂ ਆਦਿ ਬਾਰੇ ਵੀ ਪੂਰੇ ਵੇਰਵੇ ਦਰਜ ਹੋਏ ਹਨ। ਸਾਹਿਬ ਸਿੰਘ ਦੀ ਪੜਦਾਦਾ ਜੀ ਸ਼੍ਰੀ ਮਨੀ ਰਾਮ, ਸਾਹਿਬ ਸਿੰਘ ਜੀ ਦੇ ਦਾਦਾ ਜੀ ਸ਼੍ਰੀ ਗੁਰਮੁਖ, ਸਾਹਿਬ ਸਿੰਘ ਜੀ ਦੇ ਪਿਤਾ ਜੀ ਸ਼੍ਰੀ ਹੀਰਾਨੰਦ ਜੀ। ਬਚਪਨ ਤੋਂ ਕਥਾ ਕੀਰਤਨ ਦਾ ਸ਼ੌਂਕ ਪ੍ਰੋਫੈਸਰ ਸਾਹਿਬ ਸਿੰਘ ਨੂੰ ਹੁੰਦਾ ਸੀ। ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਇਹ ਸਾਨੂੰ ਇਸ ਸਵੈ ਜੀਵਨੀ ਦੇ ਵਿੱਚੋਂ ਮਿਲਦੀਆਂ ਆ। ਧਰਮ ਸਿੰਘ ਦੀ ਪ੍ਰੇਰਨਾ ਅਤੇ ਉਤਸ਼ਾਹ ਸਦਕਾ ਪ੍ਰੋਫੈਸਰ ਸਾਹਿਬ ਸਿੰਘ ਸਿੱਖ ਸਜੇ ਸੀਗੇ। ਪ੍ਰੋਫੈਸਰ ਸਾਹਿਬ ਸਿੰਘ ਦਾ ਪਹਿਲਾ ਨਾਂ ਨੱਥੂ ਰਾਮ ਸੀ। ਇਸ ਪਿਛੋਕੜ ਨਾਲ ਪ੍ਰੋਫੈਸਰ ਸਾਹਿਬ ਸਿੰਘ ਦੀ ਜੀਵਨ ਕਥਾ ਦਾ ਆਰੰਭ ਹੁੰਦਾ ਹੈ। ਜੋ ਗੱਲਾਂ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਨੁਕਤਿਆਂ ਤੋਂ, ਇਹਨਾਂ ਨੁਕਤਿਆਂ ਨੂੰ ਲੈ ਕੇ ਉਹ ਆਪਣੀ ਸਵੈ ਜੀਵਨੀ ਨੂੰ ਸ਼ੁਰੂ ਕਰਦਾ ਆ। ਸਮੁੱਚਾ ਜੀਵਨ ਘੋਲ, ਸਾਹਿਤਕ ਲਗਨ ਤੇ ਗੁਰਬਾਣੀ ਸੇਵਾ, ਗੁਰ ਇਤਿਹਾਸ, ਪੁੱਤ ਪੋਤਰੇ ਆਦਿ ਦੀ ਗੱਲ ਕਰਦਾ ਲੇਖਕ ਆਪਣੀ ਲੇਖਣੀ ਬੰਦ ਕਰ ਦਿੰਦਾ ਹੈ। ਅੰਤਿਕਾ ਵਿੱਚ ਲਿਖਿਆ ਹੋਇਆ ਆ, ਆਖਰ ਦੇ ਵਿੱਚ ਅੰਤਿਕਾ ਇੱਕ ਸ਼ਾਮਲ ਕੀਤੀ ਆ, ਉਹਦੇ ਵਿੱਚ ਲਿਖਿਆ ਹੋਇਆ ਆ, ਸੁਣਿਓ ਜ਼ਰਾ। ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਦੀ ਆਪਣੀ ਹੱਡ ਬੀਤੀ ਬਾਰੇ ਉਹਨਾਂ ਦੀ ਆਪਣੀ ਕਲਮ ਦੀ ਲਿਖੀ ਵਾਰਤਾ ਇਸ ਤੋਂ ਅੱਗੇ ਨਹੀਂ ਤੁਰਦੀ। ਉਹਨਾਂ ਦੇ ਸਪੁੱਤਰ ਡਾਕਟਰ ਦਲਜੀਤ ਸਿੰਘ, ਬੜਾ ਵੱਡਾ ਨਾਮ, ਜਿਨ੍ਹਾਂ ਨੇ ਦੂਜਾ ਪਾਸਾ ਨਾਂ ਦੀ ਕਿਤਾਬ ਲਿਖੀ। ਡਾਕਟਰ ਦਲਜੀਤ ਸਿੰਘ ਕਮਾਲ ਦੇ ਲੇਖਕ। ਇਹ ਤੁਸੀਂ ਡਾਕਟਰ ਹਰਸ਼ਿੰਦਰ ਕੌਰ ਦਾ ਨਾਮ ਸੁਣਿਆ ਹੋਣਾ, ਉਹਨਾਂ ਦਾ ਸੰਬੰਧ ਵੀ ਪ੍ਰੋਫੈਸਰ ਸਾਹਿਬ ਸਿੰਘ ਜੀ ਨਾਲ ਆ। ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਸਪੁੱਤਰ ਡਾਕਟਰ ਦਲਜੀਤ ਸਿੰਘ ਵੱਲੋਂ ਪ੍ਰੋਫੈਸਰ ਸਾਹਿਬ ਸਿੰਘ ਦੇ ਆਖਰੀ ਦਿਨਾਂ ਦੀ ਸੰਖੇਪ ਵਾਰਤਾ ਲਿਖੀ ਮਿਲਦੀ ਆ ਇਸ ਸਵੈ ਜੀਵਨੀ ਦੇ ਆਖਰ ਦੇ ਉੱਤੇ। ਠੀਕ ਹੈ ਜੀ, ਕਿਉਂਕਿ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਡੈਥ ਤੋਂ ਬਾਅਦ ਸਵੈ ਜੀਵਨੀ ਨੂੰ ਪੂਰਾ ਕਰਨ ਦਾ ਕੰਮ ਉਹਨਾਂ ਦੇ ਪੁੱਤਰ ਨੇ ਕੀਤਾ। ਆਖਰ ਦੇ ਉੱਤੇ ਉਹਨਾਂ ਦੇ ਆਖਰੀ ਦਿਨਾਂ ਦੀ ਗੱਲ ਲਿਖ ਦਿੱਤੀ।
प्रोफैसर साहिब सिंह अपनी स्वै जीवनी मेरी जीवन कहानी का परिचय करवाਉਂਦਾ होया लिखता है कि मेरी ये रचना जिंदगी के धूड़ भरे राहां उत्ते तुरदे एक सधारण राही दी निजी अते निरशंगार यादाश्त है, इसलिए इसका वखरा ही रंग अते वखरा ही मुल है। ये कथन मेरी जीवन कहानी स्वै जीवनी दे विच प्रोफैसर साहिब सिंह का लिखिया होया है। साडे कोल अज दे 6वें स्वै जीवनीकार आ बलवंत गार्गी। बलवंत गार्गी बड़ा वड्डा नाटककार होया आ। स्वै जीवनी का नाम उहदी दा नंगी धोपिया जो 1980 ईस्वी दे विच प्रकाशित हुई सी। स्वै जीवनी दे विच देश विदेश के हालात तो जाणू करवाਉਂਦਾ आ स्वै जीवनीकार बलवंत गार्गी। चंडीगढ़ बारे बड़े रोमांटक रंग विच उसने लिखिया आ। हुसन इश्क दीआं हड्ड बीतियां का विवरण भी इस स्वै जीवनी विच वधेरे मिलदा आ। गार्गी ने अपने जीवन के दुखांत समाचार भी अंकित कीते आ। नंगी धुप स्वै जीवनी उत्तम पुरखी शैली विच एक नावल के रूप विच नावली शैली विच लिखी गई सानू प्रतीत हुंदी आ, लगदी आ, जापदी आ, जिसका आरंभ वाशिंगटन यूनीवर्सिटी विच हिंदुस्तानी नाटक की प्रोफैसरी तो हुंदा है, जिसका अंत पंजाब यूनीवर्सिटी की प्रोफैसरी के खात्मे नाल हुंदा दर्शाया गया। ठीक है जी, बहुत इंपॉर्टेंट ने नुकते। पहली नौकरी गार्गी ने एक जीनी के रूप में बहुत वड्डी प्राप्ति पिछों छड्डी सी ते दूजी नौकरी जीनी ते राजी दोहां दे प्यार दियां सारियां संभावनावां खो के आत्म निराशा भरे वातावरण विच छड्डी सी। पहली नौकरी उन्हें खुशी विच छड्डी सी, दूजी निराशा दे विच छड्डी सी। ते स्वै जीवनी च बंबई, दिल्ली, चंडीगढ़, बठिंडा आदि थावां नाल जुड़ी उसकी कहानी दर्ज सानू मिलती आ। ते स्वै जीवनी का समुचा प्रभाव एक सफल नावल वाला प्रतीत हुंदा आ। गार्गी अपने स्वै जीवनी दीआं घटनावां नूं समयबद्ध ते लड़ीबद्ध नहीं रख सकिया, ये उहदी खामी आ। ठीक है जी। तो साडे कोल अज दा 7वां स्वै जीवनीकार आ महेंद्र सिंह जोशी। महेंद्र सिंह जोशी की स्वै जीवनी का नाम मेरे पत्ते मेरी खेड 1981 ईस्वी विच प्रकाशित हुई सी। जोशी ने अपनी स्वै जीवनी श्री गुरु अर्जन देव जी वालों वरोसाए गए अपने बजुर्गों तो शुरू की। स्वै जीवनी तो जोशी की मेहनतकश जिंदगी बारे भरपूर ते नेड़े की वाकफियत जिहड़ी आ वो सानू मिलती आ। वाकफियत नेत्र गोचरे इस स्वै जीवनी विचों हुंदी आ। इस स्वै जीवनी विचली जिंदगी उन्हां लोकां वर्गी है जिहड़े दुनियादारी विच बहुत समझदार ना हुंदे होए भी वड्डे वड्डे रुतबिਆਂ तक पुज जाते हैं अते अपने पैरों ते खड़ोंदे हैं। इंपॉर्टेंट नुकता। जोशी अपनी स्वै जीवनी विच अपनी जिंदगी नूं ताश दे पत्तियां दे मैटाफर नाल बयानदा है। वेरी 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 इंपॉर्टेंट। जोशी अनुसार जिंदगी भी ताश की खेड है, जिन्हां पत्तियां नाल किसी ने अपनी बाजी खेडनी हुंदी है वो पत्ते वो आप नहीं चुन सकता। जो कुछ वंड विच आ गया सो आ गया। हाँ, वो सुट्टने उसने खुद ही हुंदे हन अते ये पत्ते किवें अते कदों सुट्टे जाण इसे दा नाम जिंदगी है। ये वो अपनी स्वै जीवनी दे विच लिखदा आ जोशी महेंद्र सिंह जोशी। मेरी खेड कोई सिलसिलेवार जीवनी नहीं, सगों कुछ विकोलितरे विचार ते यादां हन जिन्हां नूं कहाणीनुमा लघु कथा के रूप में उत्तम पुरखी शैली दे विच प्रगट कर दिता गया है। ते जोशी अपने जीवन ते इस विच वापरन वालियां रंगा रंग घटनावां जिंदगी विच आउण वाले छोटे वड्डे व्यक्तियां ते घटनावां तो काफ़ी हद तक संतुष्ट जापदा है। ये नुकता उसके 2 शब्द पन्ना नंबर 7 भूमिका विच मेरे पत्ते मेरी खेड तो स्पष्ट हो जाता है। तुसीं ये हवाला नोट कर लवो जे तुसीं चैक करना चाहते हो ਜਾਂ ਇਹਨੂੰ ਸਪਸ਼ਟੀਕਰਨ ਚਾਹੁੰਦੇ ਹੋ ਤਾਂ ਤੁਸੀਂ ਵੇਖ ਵੀ ਸਕਦੇ ਹੋ। ਸਾਡੇ ਕੋਲ ਅੱਜ ਦੇ 8ਵੇਂ ਸਵੈ ਜੀਵਨੀਕਾਰ ਨੇ ਸੋਹਣ ਸਿੰਘ ਸੀਤਲ। ਸੋਹਣ ਸਿੰਘ ਸੀਤਲ ਜੀ ਕਮਾਲ ਦੇ ਢਾਡੀ ਕਵਿਸ਼ਰ ਸਨ। ਸਵੈ ਜੀਵਨੀ ਉਹਨਾਂ ਦੀ ਹੈ ਵੇਖੀ ਮਾਣੀ ਦੁਨੀਆ। ਸੋਹਣ ਸਿੰਘ ਸੀਤਲ ਜੀ ਦਾ ਆਪਾਂ ਤੂਤਾਂ ਵਾਲਾ ਖੂਹ ਨਾਵਲ ਪੜ੍ਹਿਆ ਸੀ, ਬਾ ਕਮਾਲ।
ਤੇ ਉਹਨਾਂ ਦੇ ਹੋਰ ਵੀ ਬਹੁਤ ਕਮਾਲ ਦੇ ਨਾਵਲ ਨੇ, ਉਹ ਕਮਾਲ ਦੇ ਨਾਵਲਕਾਰ ਵੀ ਸੀ। ਤੇ ਸਵੈ ਜੀਵਨੀ ਦਾ ਨਾਮ ਇੱਕ ਵਾਰੀ ਦੁਬਾਰਾ ਨੋਟ ਕਰ ਲਓ, ਵੇਖੀ ਮਾਣੀ ਦੁਨੀਆ, ਸਵੈ ਜੀਵਨੀਕਾਰ ਸੋਹਣ ਸਿੰਘ ਸੀਤਲ। ਸੋਹਣ ਸਿੰਘ ਸੀਤਲ ਸਾਹਿਬ ਨੇ ਬਚਪਨ ਤੋਂ ਪ੍ਰੌੜ ਉਮਰ ਤੱਕ ਦੇ ਜੀਵਨ ਬਿਰਤਾਂਤ ਨੂੰ ਬੜੇ ਸਰਲ, ਸਪਸ਼ਟ ਤੇ ਸ਼ੁੱਧ ਟਕਸਾਲੀ ਪੰਜਾਬੀ ਵਾਰਤਕ ਵਿੱਚ ਰਚਿਆ ਹੈ। ਸੀਤਲ ਜੀ ਨੇ ਆਪਣੇ ਜਨਮ ਪਿੰਡ ਖਾਰੇ ਮਾਝੇ, ਕਾਦੀ ਪਿੰਡ ਅਤੇ ਨਾਨਕੇ ਪਿੰਡ ਮਾਝੇ, ਜ਼ਿਲ੍ਹਾ ਅੰਮ੍ਰਿਤਸਰ ਦੇ ਸੱਭਿਆਚਾਰਕ ਪਿਛੋਕੜ ਦੇ ਨਾਲ ਕਿਰਸਾਨੀ ਸਮਾਜ ਅਤੇ ਵਿਸ਼ੇਸ਼ ਕਰਕੇ ਮਾਝੇ ਦੇ ਅੱਖੜ ਜੱਟ ਸੱਭਿਆਚਾਰ ਵਿੱਚ ਇਕਲੌਤੇ ਵਿਅਕਤੀ ਦੀਆਂ ਮੁਸ਼ਕਲਾਂ ਨੂੰ ਬਿਆਨ ਕੀਤਾ ਹੈ। ਠੀਕ ਹੈ ਜੀ। ਤੇ ਸਾਡੇ ਕੋਲ ਅੱਜ ਦੇ 9ਵੇਂ ਸਵੈ ਜੀਵਨੀਕਾਰ ਕਰਤਾਰ ਸਿੰਘ ਦੁੱਗਲ, ਕਮਾਲ ਦਾ ਗਲਪਕਾਰ, ਕਹਾਣੀਕਾਰ ਕਰਤਾਰ ਸਿੰਘ ਦੁੱਗਲ, ਜਿਹਦੀ ਆਪਾਂ ਨੀਲੀ ਕਹਾਣੀ ਪੜ੍ਹੀ ਸੀ। ਠੀਕ ਹੈ, ਯਾਦ ਆ ਗਈ ਹੋਣੀ ਆ। ਕਰਤਾਰ ਸਿੰਘ ਦੁੱਗਲ ਦੀ ਸਵੈ ਜੀਵਨੀ ਕਿਸ ਪੈ ਖੋਲੋ ਗੰਠੜੀ 1983 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਸੀ। ਇਹ ਇੱਕ ਵੱਡ ਆਕਾਰੀ ਰਚਨਾ ਆ। ਜੀਵਨ ਬਰਤਾਂਤ ਬੜਾ ਰੌਚਿਕ ਅਤੇ ਅਨੇਕਾਂ ਸਾਹਿਤਕ ਗੁਣਾਂ ਨਾਲ ਭਰਪੂਰ ਸਾਨੂੰ ਇਹ ਮਿਲਦਾ ਆ ਤੇ ਵਾਰਤਕ ਸ਼ੈਲੀ ਵਿੱਚ ਕਾਵਿ ਤੇ ਨਾਟਕੀ ਛੋਹਾਂ, ਚੁਸਤ ਵਾਰਤਾਲਾਪ ਅਤੇ ਲੇਖਕ ਦੇ ਸੰਪਰਕ ਵਿੱਚ ਆਏ ਪਾਤਰਾਂ, ਘਟਨਾਵਾਂ ਬੜੇ ਰੌਚਕ ਢੰਗ ਨਾਲ ਵਰਣਨ ਕੀਤੇ ਗਏ ਸਾਨੂੰ ਦ੍ਰਿਸ਼ਟੀਗੋਚਰ ਹੁੰਦੇ ਆ ਜਾਂ ਮਿਲਦੇ ਆ। ਤੇ ਬਿਆਨ ਨਿਰਸੰਕੋਚ ਤੇ ਯਥਾਰਥਵਾਦੀ ਆ ਇਸ ਸਵੈ ਜੀਵਨੀ ਦਾ। ਸਵੈ ਜੀਵਨੀ ਦੀ ਭੂਮਿਕਾ ਵਿੱਚ ਦੁੱਗਲ ਸਾਹਿਬ ਲਿਖਦੇ ਆ, ਨੋਟ ਕਰਿਓ, ਹੂਬਹੂ ਸੁਣਾ ਰਿਹਾ ਆਪਣੇ ਪਾਠਕਾਂ ਲਈ ਇਹ ਜਾਣਨ ਵਾਸਤੇ ਕਿ ਇਹ ਆਦਮੀ ਜਿਸ ਦਾ ਨਾਂ ਕਰਤਾਰ ਸਿੰਘ ਦੁੱਗਲ ਹੈ ਕਿਉਂ ਉਂਝ ਲਿਖਦਾ ਹੈ ਜਿਵੇਂ ਇਹ ਲਿਖਦਾ ਹੈ। ਮੈਂ ਇਹ ਸਵੈ ਜੀਵਨੀ ਲਿਖੀ ਹੈ, ਮਤਲਬ ਕਿ ਉਹ ਦੱਸਣਾ ਚਾਹੁੰਦੇ ਆ ਕਿ ਉਹ ਕਿਵੇਂ ਲਿਖਦੇ ਆ, ਕਿਉਂ ਲਿਖਦੇ ਆ ਤੇ ਲਿਖਣ ਦੇ ਪਿੱਛੇ ਕਿਹੜੀਆਂ-ਕਿਹੜੀਆਂ ਵਿਧਾਵਾਂ, ਕਿਹੜੀਆਂ-ਕਿਹੜੀਆਂ ਵਿਧਾ ਨੂੰ ਵਰਤਦੇ ਆ ਜਾਂ ਕਿਹੜੇ-ਕਿਹੜੇ ਉਹ ਆਪਣੇ ਅਟੈਂਸ਼ਨ ਹੋ ਕੇ ਆਪਣੇ ਨੁਕਤਿਆਂ ਨੂੰ ਪੇਸ਼ ਕਰਦੇ ਆ। ਇਸ ਸਵੈ ਜੀਵਨੀ ਤੋਂ ਆਪਾਂ ਜਾਣ ਸਕਦੇ ਆ। ਤਾਂ ਕਰਕੇ ਉਹ ਕਹਿੰਦੇ ਕਿ ਮੈਂ ਆਪਣੀ ਸਵੈ ਜੀਵਨੀ ਲਿਖੀ ਆ। ਸਾਡੇ ਕੋਲ ਅੱਜ ਦੇ 10ਵੇਂ ਸਵੈ ਜੀਵਨੀਕਾਰ ਆ ਸੰਤ ਸਿੰਘ ਸੇਖੋਂ, ਕਮਾਲ ਦੇ ਨਾਟਕਕਾਰ, ਆਲੋਚਕ। ਉਹਨਾਂ ਦੀ ਸਵੈ ਜੀਵਨੀ ਹੈ ਉਮਰਾਂ ਦਾ ਪੰਧ, ਵੱਡ ਆਕਾਰੀ ਤੇ 2 ਭਾਗਾਂ ਵਿੱਚ ਪ੍ਰਕਾਸ਼ਿਤ ਹੋਈ ਆ ਉਹਨਾਂ ਦੀ ਇਹ ਸਵੈ ਜੀਵਨੀ। ਸਵੈ ਜੀਵਨੀ 'ਚ ਪੰਜਾਬੀ ਦੇ ਇਸ ਸਾਹਿਤਕ ਬਾਬਾ ਬੋੜ, ਕਿਉਂਕਿ ਸੰਤ ਸਿੰਘ ਸੇਖੋਂ ਨੂੰ ਬਾਬਾ ਬੋੜ ਕਰਕੇ ਵੀ ਜਾਣਿਆ ਜਾਂਦਾ ਆ, ਉਹਨਾਂ ਦਾ ਇੱਕ ਨਾਟਕ ਸੀ ਜਿਹੜਾ ਬਾ ਕਮਾਲ ਪ੍ਰਸਿੱਧ ਹੋਇਆ ਸੀ। ਤੇ ਸਵੈ ਜੀਵਨੀ 'ਚ ਪੰਜਾਬੀ ਦੇ ਇਸ ਸਾਹਿਤਕ ਬਾਬਾ ਬੋੜ ਦੇ ਜੀਵਨ ਸਮਾਚਾਰਾਂ ਦਾ ਵਿਸਤ੍ਰਿਤ ਵਰਣਨ ਜਿਹੜਾ ਆ ਉਹ ਸਾਨੂੰ ਵੇਖਣ ਨੂੰ, ਪੜ੍ਹਨ ਨੂੰ ਮਿਲਦਾ ਆ। ਇਸ ਸਵੈ ਜੀਵਨੀ 'ਚ ਤੇ ਕਈ ਕਿੰਤੂ ਮਤਲਬ ਪ੍ਰਸ਼ਨ ਚਿੰਨ੍ਹ ਵੀ ਲੱਗੇ ਸੀਗੇ, ਕਈਆਂ ਨੇ ਇਹ 'ਤੇ ਕਿੰਤੂ ਵੀ ਉਠਾਏ ਸੀਗੇ, ਉਂਗਲ ਵੀ ਕੀਤੀ ਸੀ, ਕਿਉਂਕਿ ਉਦਾਹਰਣ ਵਾਸਤੇ ਜਿਵੇਂ ਕਈ ਥਾਵਾਂ 'ਤੇ ਇਸਤਰੀ ਪੁਰਸ਼ ਦੇ ਪਰਸਪਰ ਸੰਬੰਧਾਂ ਵਿੱਚ ਲਈਆਂ ਗਈਆਂ ਖੁੱਲ੍ਹਾਂ ਆਦਿ ਬਾਰੇ ਉਹਨੇ ਲਿਖਿਆ ਹੋਇਆ ਆ। ਤੇ ਕਈ ਥਾਵਾਂ 'ਤੇ ਲੇਖਕ ਨੇ ਆਪਣੇ ਸਹਿਕਰਮੀਆਂ ਦਾ ਵੀ ਮਜ਼ਾਕ ਉਡਾਇਆ ਆ, ਜਿਹਦਾ ਕਰਕੇ ਇਹ ਸਵੈ ਜੀਵਨੀ ਕੁਝ ਰੜਕਦੀ ਆ। ਇੱਕ ਸਧਾਰਨ ਪੜ੍ਹਨ ਵਾਲੇ ਨੂੰ ਕਈ ਗੱਲਾਂ ਤਾਂ ਕਰਕੇ ਚੰਗੀਆਂ ਨਹੀਂ ਲੱਗੀਆਂ। ਸਾਡੇ ਕੋਲ ਅੱਜ ਦੇ 11ਵੇਂ ਸਵੈ ਜੀਵਨੀਕਾਰ ਨੇ ਡਾਕਟਰ ਸਰਦਾਰਾ ਸਿੰਘ ਜੌਹਲ। ਡਾਕਟਰ ਸਰਦਾਰਾ ਸਿੰਘ ਜੌਹਲ ਇੱਕ ਅਰਥ ਸ਼ਾਸਤਰੀ, ਸਾਹਿਤਕਾਰ, ਵੱਖ-ਵੱਖ ਰਾਸ਼ਟਰਪਤੀਆਂ ਨਾਲ ਕੰਮ ਕਰਨ ਵਾਲੇ ਇਨਸਾਨ ਨੇ ਤੇ ਅੱਜ ਕੱਲ੍ਹ ਬਠਿੰਡੇ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਨੇ। ਉਹਨਾਂ ਦੀ ਸਵੈ ਜੀਵਨੀ ਦਾ ਨਾਂ ਹੈ ਰੰਗਾਂ ਦੀ ਗਾਗਰ। ਰੰਗਾਂ ਦੀ ਗਾਗਰ 1997 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਸੀ। ਸਵੈ ਜੀਵਨੀਆਂ ਮੇਰੇ ਕੋਲ ਕਾਫੀ ਪਈਆਂ ਨੇ, ਕੁਝ ਸਵੈ ਜੀਵਨੀਆਂ ਦੀਆਂ ਤੁਹਾਨੂੰ ਮੈਂ ਇੱਥੇ ਨਾਲ ਕਿਤਾਬਾਂ ਦਿਖਾ ਵੀ ਦੇਵਾਂਗਾ, ਬਾਕੀ ਸਾਰੀਆਂ ਸੰਭਵ ਨਹੀਂ ਹੈਗੀਆਂ ਕਿਉਂਕਿ ਲੈਕਚਰ ਲੰਬਾ ਨਾ ਬਹੁਤਾ ਹੋਵੇ, ਇਸ ਕਰਕੇ ਆਪਾਂ ਗੱਲ ਇਸੇ ਤਰ੍ਹਾਂ ਕਰਾਂਗੇ। ਰੰਗਾਂ ਦੀ ਗਾਗਰ ਸਵੈ ਜੀਵਨੀ ਇੱਕ ਆਦਰਸ਼ਕ ਜੀਵਨ ਗਾਥਾ ਮੰਨੀ ਜਾਂਦੀ ਆ। ਸਵੈ ਜੀਵਨੀ 'ਚ ਬਚਪਨ ਦਾ ਬਿਰਤਾਂਤ ਬੜਾ ਰੌਚਕ ਅਤੇ ਉਸ ਦੀਆਂ ਯਾਦਾਂ ਬੜੀਆਂ ਸੁਹਾਵਣੀਆਂ ਦਰਸਾਈਆਂ ਗਈਆਂ ਆ। ਲਿਖਣ ਢੰਗ ਸਰਲ, ਸਪਸ਼ਟ ਤੇ ਰੌਚਕ ਆ। ਇਸ ਸਵੈ ਜੀਵਨੀ ਦੇ ਕੁੱਲ 13 ਅਧਿਆਏ ਨੇ। ਪਹਿਲਾ ਬਚਪਨ ਬਨਾਮ ਬਾਦਸ਼ਾਹੀ, ਦੂਜਾ ਬਟਵਾਰਾ ਹੋਇਆ ਤੇ ਜਵਾਨੀ ਆਈ, ਤੀਜਾ ਕਾਲਜ ਦੀ ਬਹਾਰ, ਚੌਥਾ ਕਾਲਜ ਤੋਂ ਬਾਅਦ, ਪੰਜਵਾਂ ਪ੍ਰਦੇਸਾਂ ਦੇ ਮਾਮਲੇ, ਛੇਵਾਂ ਸਮਾਜਵਾਦੀ ਦੇਸ਼ਾਂ ਬਾਰੇ, ਸੱਤਵਾਂ ਅੰਤਰਰਾਸ਼ਟਰੀ ਸੰਸਥਾਵਾਂ ਬਾਰੇ, ਅੱਠਵਾਂ ਅਧਿਆਏ
मैं वाइस चांसलर बनिया। 9वां अध्याय यूनिवर्सिटी अते सरकार। 10वां अध्याय सरकारी नौकरी भी की। 11वां अध्याय प्रधानमंत्री वेखे। 12वां अध्याय फिर की होया। 13वां मैं की सोचता हाँ। 12 अध्याय तो बाद वो अपनी कुछ मानसिकता अपने कुछ ख्यालों को पेश करने वास्ते मैं की सोचता हाँ 13वां अध्याय लिखते आ। ते 2 शब्द पन्ना 11 के उपर सरदारा सिंह जौहल का कथन आप जरूर पढ़ना आ। उन्होंने स्वै कथन आ कि ये किताब गागर विच वो जीवन रंग हैं जो मैं वेखे, माणे, हंडाए अते महसूस किए हैं, पर यह निरोल स्वै जीवनी नहीं है। हुण तुसीं किताब वेख सकते हो, ये रंगां दी गागर स्वै जीवनी जिहड़ी आ ये सरदारा सिंह जौहल दी आ। ठीक है जी। तो अपने कोल साडे कोल जिहड़ा अगला स्वै जीवनीकार आ डॉक्टर हरभजन सिंह। डॉक्टर हरभजन सिंह की स्वै जीवनी टाकियां वाला झोला बहुत बहुत बार पेपरों में पूछी जाती है। टाकियां वाला झोला स्वै जीवनी डॉक्टर हरभजन सिंह दी आ। इस विच उन्होंने निजी जीवन दीयां यादां, औकड़ां, उलझणां दा जिक्र कीता आ। लोड़ां थोड़ां ते प्राप्तियां दे वेरवे इस स्वै जीवनी दे विचों सानूं मिलदे पेश हुंदे आ जो असीं पढ़दे आ। ते डॉक्टर दीवान सिंह अज दे 13वें स्वै जीवनीकार ने, जिन्हां दी स्वै जीवनियां 2 ने, 2 भागां दे विच आ। पहला हैगा जीवन पंध, दूजा हम संतन की रेना। मैं लगता कि लैक्चर बहुत लंबा ना होवे, आपां हुण स्वै जीवनीकार का नाम ते स्वै जीवनी दे नाम जान लैंदे आ। साडे कोल अगले स्वै जीवनीकार ने जीवन सिंह, जो लाहौर बुक छाप प्रकाशन भवन के संस्थापक सन। स्वै जीवनी है जीवन पंध, ये उन्हों की मृत्यु तो बाद छपी सी। ज्ञानी लाल सिंह की स्वै जीवनी हैगी आ मेरी जीवनी, 1998 ईस्वी विच यह प्रकाशित हुई सी उन्हों के अकाल चलाने मगरों। तो डॉक्टर रतन सिंह जग्गी पौनी सदी का पैड़ा स्वै जीवन के पेश होए, पंजाबी साहित्य में आउंदे ने। तो डॉक्टर करतार सिंह सूरी की अमल जो कीते दुनी विच स्वै जीवनी विकाशित हुई सी। कृपाल सिंह कसेल की स्वै जीवनी मेरी जीवन कहानी प्रकाशित हुई। डॉक्टर एस तरसेम की स्वै जीवनी कच्ची मिट्टी पक्का रंग ते दूजा भाग धृतराष्ट्र। डॉक्टर एस तरसेम की स्वै जीवनियां 2 ने, पहली कच्ची मिट्टी पक्का रंग, दूजी धृतराष्ट्र। ते राम स्वरूप अणखी कमाल दा नावलकार, मल्ले झाड़ियां उहदी स्वै जीवनी का नाम आ। ते संतोख सिंह धीर की स्वै जीवनी बृहस्पति, नोट कर लवो जी। कैलाशपुरी की स्वै जीवनी बाहर जाओ लख बेरियां। बचिंत कौर की स्वै जीवनी पगडंडियां। मनजीत इंदिरा की स्वै जीवनी तारियां दा छज। प्रभजोत कौर की स्वै जीवनी 2 भागां दे विच आ, जीना एक अदा है, जीना भी एक अदा है। अजीत सिंह राही की स्वै जीवनी अद्धी सदी का सफ़र। प्रेम गोरखी की स्वै जीवनी एक गैर हाजिर आदमी। ते बलदेव सिंह की स्वै जीवनी हम है अज्ञानहीन अज्ञानी। प्रोफैसर प्रीतम सिंह की स्वै जीवनी कच्चियां पक्कियां दे भा। बलवीर माधोपुरी की स्वै जीवनी है शांगिया रुख। ते ज्ञानी निरंजन सिंह नरगिस की स्वै जीवनी खट्टी मिठी वलैत। प्रोफैसर ब्रह्म जगदीश सिंह की स्वै जीवनी अस्तित्व। मिल्खा सिंह की स्वै जीवनी बहुत बार पूछी जाती आ, उडना सिख। ते दविंदर सथियारती की स्वै जीवनी या स्वै चित्र कह लो इनू, गल अज्ञातवास की, वैरी इंपॉर्टेंट। तो साडे कोल 35वीं स्वै जीवनीकार दीवान सिंह मफतून, उन्होंने स्वै जीवनी का नाम है हड बीतियां। गुरचरण सिंह सहसरा की स्वै जीवनी वो भी दिन सन। नावलकार गुरदयाल सिंह की स्वै जीवनियां 2 भागों के विच मिलदी आ। एक का नाम है न्याणमतियां, दूजा जो स्वै जीवनी अंश आ दूजी देही उसका नाम आ। ये बारे आप गल पहला भी की सी, एक बार थोड़ा याद होना। गुलजार सिंह संधू बिन मांगे मोती मिले स्वै जीवनियां। ते प्रोफैसर दीवान सिंह मेरी जीवन गाथा। वरियाम सिंह संधू की स्वै जीवनी
क्योंकि वरियाम सिंह संधू चौथी कूड़ ਦੇ ਨਾਲ ਬੜਾ ਮਕਬੂਲ ਹੋਇਆ ਸੀ, ਬੜਾ ਵੱਡਾ ਕਹਾਣੀਕਾਰ ਆ। ਵਰਿਆਮ ਸਿੰਘ ਸੰਧੂ ਦੀ ਸਵੈ ਜੀਵਨੀ ਗੁਫਾ ਵਿਚਲੀ ਉਡਾਨ, ਤੇ ਉਹਦੇ ਸਾਂਢੂ ਦੀ ਸਵੈ ਜੀਵਨੀ ਵੀ ਨੋਟ ਕਰ ਲਓ ਭਾਈ। ਅਤਰਜੀਤ ਕਹਾਣੀਕਾਰ ਦੀ ਸਵੈ ਜੀਵਨੀ ਅੱਕ ਦਾ ਦੁੱਧ, ਕਿਉਂਕਿ ਅਤਰਜੀਤ ਵੀ ਬਹੁਤ ਵੱਡਾ ਕਹਾਣੀਕਾਰ ਆ, ਤੇ ਅੱਕ ਦਾ ਦੁੱਧ ਉਹਦੀ ਸਵੈ ਜੀਵਨੀ ਆ। ਮਹਿੰਦਰ ਸਿੰਘ ਸੋਢੀ ਦੀ ਸਵੈ ਜੀਵਨੀ ਕੋਤਰ 100 ਪਗਡੰਡੀਆਂ, ਤੇ ਡਾਕੂਆਂ ਦਾ ਮੁੰਡਾ ਜਿਹਦੇ ਉੱਤੇ ਫਿਲਮ ਵੀ ਬਣੀ ਹੋਈ ਆ, ਮਿੰਟੂ ਗੁਰੂਸਰੀਆ ਦੀ ਸਵੈ ਜੀਵਨੀ ਆ। ਮੰਗਾ ਸਿੰਘ ਅੰਟਾਲ ਦੀ ਸਵੈ ਜੀਵਨੀ ਸ਼ਰਾਰਤੀ ਤੱਤ ਮੌਤ ਤੋਂ ਜੀਵਨ ਵੱਲ, ਜਿਹਦੇ ਉੱਤੇ ਡਾਕੂਆਂ ਦਾ ਮੁੰਡਾ 2 ਦੂਜੀ ਫਿਲਮ ਬਣੀ ਹੋਈ ਹੈ, ਦੂਜਾ ਭਾਗ, ਉਹ ਮੰਗਾ ਸਿੰਘ ਅੰਟਾਲ ਦੀ ਸਵੈ ਜੀਵਨੀ ਸ਼ਰਾਰਤੀ ਤੱਤ ਦੇ ਆਧਾਰਿਤ ਵਾ। ਠੀਕ ਹੈ ਜੀ। ਤੇ ਮਿਹਰ ਸਿੰਘ ਰੰਧਾਵਾ ਜੋ ਪਾਕਿਸਤਾਨ ਤੋਂ ਉੱਜੜ ਕੇ ਆਇਆ ਸੀ 1947 ਵਿੱਚ, ਉਹਦੀ ਸਵੈ ਜੀਵਨੀ ਮੇਰਾ ਅੰਬਰ। ਪਿਆਰੇ ਵਿਦਿਆਰਥੀਓ, ਅੱਜ ਆਪਾਂ 45 ਸਵੈ ਜੀਵਨੀ ਕਾਰ ਤੇ ਸਵੈ ਜੀਵਨੀਆਂ ਬਾਰੇ ਵਿਚਾਰ ਚਰਚਾ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਕਰੀਬ 1 ਘੰਟੇ ਦਾ ਸਮਾਂ ਅਸੀਂ ਕਵਰ ਕੀਤਾ। 1 ਘੰਟੇ ਦੇ ਵਿੱਚ 45 ਸਵੈ ਜੀਵਨੀਆਂ ਦੀ ਗੱਲ ਕਰਨੀ ਬਹੁਤ ਵੱਡੀ ਪ੍ਰਾਪਤੀ ਆ, ਤੇ ਮੈਨੂੰ ਉਮੀਦ ਆ ਕਿ ਤੁਸੀਂ ਬਹੁਤ ਕੁਝ ਨਵਾਂ ਸਿੱਖਿਆ ਹੋਊਗਾ। ਜੇ ਸੱਚੀਓ ਸਿੱਖਿਆ ਹੈ ਤਾਂ ਫਿਰ ਕਮੈਂਟ ਕਰਿਓ, ਮੈਨੂੰ ਆਪਣੇ ਵਿਚਾਰ ਭੇਜਿਓ। ਚੜ੍ਹਦੀ ਕਲਾ ਵਿੱਚ ਰਹੋ। ਬਹੁਤਾ ਸਮਾਂ ਆਪਾਂ ਜਾਇਆ ਗੱਲਾਂ ਵਿੱਚ ਨਹੀਂ ਕਰਦੇ, ਕਿਉਂਕਿ ਆਪਣਾ ਮਕਸਦ ਸਿਰਫ ਫ੍ਰੀ ਆਫ ਕਾਸਟ ਪੜ੍ਹਨਾ ਤੇ ਰੈਲੇਵੈਂਟ ਪੜ੍ਹਨਾ ਆ। ਚੜ੍ਹਦੀ ਕਲਾ ਵਿੱਚ ਰਹੋ। ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।